TBN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਕੁਝ ਖਬਰਾਂ ਵਿਚਾਰੀਏ ਜਿਨ੍ਹਾਂ ਦੇ ਉੱਤੇ ਆਪਾਂ ਵਿਸਥਾਰ ਨਾਲ ਗੱਲਬਾਤ ਤੇ ਟਿੱਪਣੀਆਂ ਕਰਨੀਆਂ ਨੇ। ਸਮੋਆ ਦੇ ਪ੍ਰਧਾਨ ਮੰਤਰੀ ਨੂੰ ਆਪਣੀ ਹਾਰ ਨਹੀਂ ਹੋਈ ਬਰਦਾਸ਼ਤ, ਪਾਰਲੀਮੈਂਟ ਨੂੰ ਮਾਰਿਆ ਜਿੰਦਾ। ਅਮਰੀਕਾ ਵਿੱਚ ਇੱਕ ਭਾਰਤੀ ਮੂਲ ਦੇ ਪਰਿਵਾਰ ਦੀ ਇਮਾਨਦਾਰੀ ਦੀ ਘਰ ਘਰ ਚਰਚਾ। ਸੁਬੋਧ ਕੁਮਾਰ ਜਾਇਸਵਾਲ CBI ਦੇ ਨਵੇਂ ਡਾਇਰੈਕਟਰ ਵਜੋਂ ਨਿਯੁਕਤ। ਟਵਿੱਟਰ ਦੇ ਦਫ਼ਤਰ ਦੇ ਛਾਪੇ ਤੋਂ ਬਾਅਦ ਅਮਰੀਕਾ ਤੱਕ ਖੜਕੀਆਂ ਤਾਰਾਂ। ਕਾਂਗਰਸ ਨੇ ਟਵਿੱਟਰ ਨੂੰ ਲਿਖੀ ਚਿੱਠੀ, 11 ਮੰਤਰੀਆਂ ਦੇ ਟਵੀਟ ਤੇ ਹੋਵੇ ਕਾਰਵਾਈ। ਅਮਿਤ ਸ਼ਾਹ ਪੰਜਾਬ ਵਿੱਚ ਫੇਰੀ ਲਾਉਣ ਦੀ ਤਿਆਰੀ 'ਚ ਅਤੇ ਅਰਦਾਸ ਮਾਮਲੇ ਦੀ CCTV ਫੁਟੇਜ ਰਿਲੀਜ਼। ਦੋਸਤੋ, ਇਹ ਕੁਝ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਵਿਸਥਾਰ ਨਾਲ ਆਪਾਂ ਗੱਲਬਾਤ ਕਰਨੀ ਹੈ। ਇਹਦੇ ਤੋਂ ਪਹਿਲਾਂ ਵਿਸਥਾਰ ਅਤੇ ਟਿੱਪਣੀਆਂ ਵੱਲ ਨੂੰ ਵਧਾਂ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ, ਅਪੀਲ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਇਸੇ ਤਰ੍ਹਾਂ ਬਲੈਕ ਫੰਗਸ ਨੇ ਇਸ ਵਕਤ ਕੋਹਰਾਮ ਮਚਾ ਦਿੱਤਾ ਹੈ। ਇਹ ਬਿਮਾਰੀ ਕੋਈ ਨਵੀਂ ਨਹੀਂ। ਇਸ ਬਿਮਾਰੀ ਦੇ ਲੱਛਣ ਕੀ ਨੇ, ਇਹਦੇ ਤੋਂ ਬਚਿਆ ਕਿਵੇਂ ਜਾ ਸਕਦਾ ਹੈ, ਜੇ ਇਹਦੇ ਬਾਬਤ ਤੁਸੀਂ ਜਾਣਕਾਰੀ ਚਾਹੁੰਦੇ ਹੋ, ਡਾਕਟਰ ਪਿਆਰੇ ਲਾਲ ਗਰਗ ਹੋਰਾਂ ਦੇ ਨਾਲ ਕੀਤੀ ਹੋਈ ਇੱਕ ਮੁਲਾਕਾਤ ਹੈ, ਇੱਕ ਪ੍ਰੋਗਰਾਮ ਹੈ ਪੰਜਾਬ ਬੋਲਦਾ। ਜ਼ਰੂਰ ਵੇਖਿਓ, ਆਪਣੇ ਚੈਨਲ ਦੇ ਸਭ ਤੋਂ ਉੱਪਰ ਵੀਡੀਓ ਉਹ ਟੈਗ ਕੀਤੀ ਹੋਈ ਹੈ। ਤੁਹਾਨੂੰ ਉਹਦੇ ਵਿੱਚੋਂ ਬਹੁਤ ਪੁਖਤਾ ਜਾਣਕਾਰੀ ਮਿਲ ਜਾਏਗੀ। ਨਾਲ ਹੀ ਕੋਵਿਡ ਦਾ ਟੀਕਾ ਲਵਾਉਣਾ ਚਾਹੀਦਾ ਜਾਂ ਨਹੀਂ, ਕੁਝ ਇੱਕ ਹੋਰ ਬਿਮਾਰੀਆਂ ਤੇ ਰੋਗਾਂ ਦੇ ਬਾਬਤ ਵੀ ਉਸ ਦੇ ਵਿੱਚ ਗੱਲਬਾਤ ਹੈ। ਜ਼ਰੂਰ ਵੇਖਿਓ, ਤੁਹਾਡੇ ਵਾਸਤੇ ਮੈਨੂੰ ਉਮੀਦ ਹੈ ਲਾਹੇਵੰਦ ਸਾਬਤ ਹੋਏਗੀ। ਹੁਣ ਖਬਰਾਂ ਵੱਲ ਨੂੰ ਵਧਦੇ ਹਾਂ। ਸੱਤਾ ਕਿਹੋ ਜਿਹੀ ਚੀਜ਼ ਹੈ? ਨਸ਼ਾ ਇਹਦਾ ਸਾਰਿਆਂ ਨਸ਼ਿਆਂ ਤੇ ਭਾਰੂ ਪੈ ਜਾਂਦਾ ਹੈ। ਦੋਸਤ, ਮਿੱਤਰ, ਰਿਸ਼ਤੇਦਾਰ, ਪਰਿਵਾਰ, ਐਥਿਕ, ਨੈਤਿਕਤਾ, ਕੁਛ ਵੀ ਇਹਦੇ ਸਾਹਮਣੇ ਟਿਕਦਾ ਨਹੀਂ। ਹਰ ਇੱਕ ਚੀਜ਼ ਨੂੰ ਲੋਕ ਛਿੱਕੇ ਟੰਗ ਦਿੰਦੇ ਨੇ। ਸੱਤਾ ਦੇ ਜਿਹੜੀ ਕੁਰਸੀ ਹੈ ਨਾ, ਜਿਹੜੇ ਉਹਦੇ ਪਾਵੇ ਨੇ, ਘੁੱਟ ਕੇ ਫੜ ਲੈਂਦੇ ਆ। ਗਧੇ ਨੂੰ ਬਾਪ ਕਹਿਣ ਦੇ ਵਿੱਚ ਵੀ ਇਹ ਹਿਚਕਚਾਹਟ ਮਹਿਸੂਸ ਨਹੀਂ ਕਰਦੇ। ਇਸੇ ਤਰ੍ਹਾਂ ਦੀ ਖਬਰ ਮਿਲ ਰਹੀ ਹੈ ਕਿ ਸੱਤਾ ਪਾਉਣ ਦੇ ਲਾਲਚ ਦੇ ਵਿੱਚ ਲੋਕ ਨੇ ਨਾ, ਜਿਹੜੇ ਲੀਡਰ ਲੋਕ, ਸਹੀ ਗਲਤ ਦੀ ਕੋਈ ਪਰਵਾਹ ਨਹੀਂ ਕਰਦੇ। ਇਸੇ ਤਰ੍ਹਾਂ ਦਾ ਇੱਕ ਮੁਲਕ ਹੈ ਸਮੋਆ। ਸਮੋਆ ਦੇ ਵਿੱਚ ਵੀ ਲਗਭਗ ਇਸੇ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ। ਉੱਥੋਂ ਦੇ ਪ੍ਰਧਾਨ ਮੰਤਰੀ ਨੇ ਸੰਸਦ ਦੇ ਦਰਵਾਜ਼ਿਆਂ ਨੂੰ ਜਿੰਦਰੇ ਮਾਰ ਦਿੱਤੇ, ਖੋਲ੍ਹੇ ਨਹੀਂ। ਅਸਲ ਦੇ ਵਿੱਚ ਸਮੋਆ ਦੇ ਵਿੱਚ ਚੋਣਾਂ ਹੋਈਆਂ, ਸੱਤਾਧਾਰੀ ਪਾਰਟੀ ਦੀ ਹਾਰ ਹੋ ਗਈ। ਹਾਰ ਤੋਂ ਬਾਅਦ ਉੱਥੋਂ ਦਾ ਪ੍ਰਧਾਨ ਮੰਤਰੀ ਅਹੁਦਾ ਨਹੀਂ ਛੱਡਣਾ ਚਾਹੁੰਦਾ। ਇੰਨਾ ਹੀ ਨਹੀਂ, ਪ੍ਰਧਾਨ ਮੰਤਰੀ ਨੂੰ ਜਦੋਂ ਹਾਰ ਇਹ ਬਰਦਾਸ਼ਤ ਨਾ ਹੋਈ ਤੇ ਪਾਰਲੀਮੈਂਟ ਨੂੰ ਜਿੰਦਾ ਮਾਰ ਕੇ ਬਹਿ ਗਿਆ। ਅਸਲ ਵਿੱਚ ਸਮੋਆ ਵਿੱਚ ਇਸ ਤਰ੍ਹਾਂ ਦਾ ਪਹਿਲੀ ਵਾਰੀ ਹੋਇਆ ਜਦੋਂ ਕੋਈ ਆਪਣੀ ਹਾਰ ਨਾ ਬਰਦਾਸ਼ਤ ਕਰ ਸਕਿਆ ਹੋਵੇ ਪ੍ਰਧਾਨ ਮੰਤਰੀ, ਤੇ ਉੱਥੋਂ ਜਿੱਤਣ ਵਾਲੀ ਵੀ ਪਹਿਲੀ ਵਾਰੀ ਇੱਕ ਮਹਿਲਾ ਪ੍ਰਧਾਨ ਮੰਤਰੀ ਚੁਣ ਲਈ ਹੈ ਉੱਥੋਂ ਦੇ ਲੋਕਾਂ ਨੇ। ਹੁਣ ਸੱਤਾ ਹੱਥੋਂ ਖੁੱਸ ਗਈ ਹੋਵੇ ਤੇ ਉੱਥੋਂ ਦਾ ਪ੍ਰਧਾਨ ਮੰਤਰੀ ਜਿਹੜਾ ਟੁਈਲਾਇਪਾਸਾਈਲੇਲੇ ਉਹਦਾ ਛੱਡਣਾ ਨਹੀਂ ਚਾਹੁੰਦਾ, ਕਹਿੰਦਾ ਮੈਂ ਨਹੀਂ ਛੱਡਦਾ। ਸੰਸਦ ਨੂੰ ਚਾਲਾ ਵੀ ਮਾਰਿਆ ਅਤੇ ਜਿਹੜੀ ਨਵੀਂ ਚੁਣੀ ਗਈ ਪ੍ਰਧਾਨ ਮੰਤਰੀ ਹੈ ਨੌਮੀ ਮਤਾਫਾ, ਸੰਸਦ ਦੇ ਬਾਹਰ ਉਹਨੇ ਤੰਬੂ ਲਾਇਆ ਤੇ ਤੰਬੂ ਦੇ ਵਿੱਚ ਸਹੁੰ ਚੁੱਕੀ ਆ, ਅੰਦਰ ਉਹਨੇ ਜਾਣ ਨਹੀਂ ਦਿੱਤਾ। ਤੇ ਵੱਡਾ ਸੰਕਟ ਹੁਣ ਸਮੋਆ ਦੇ ਵਿੱਚ ਪੈਦਾ ਹੋ ਗਿਆ। ਦੱਸਣਾ ਬਣਦਾ ਹੈ ਕਿ ਸਮੋਆ ਦੇ ਵਿੱਚ 40 ਵਰ੍ਹਿਆਂ ਤੋਂ ਲਗਭਗ ਰਾਜ ਕਰ ਰਹੀ ਹਿਊਮਨ ਰਾਈਟਸ ਪ੍ਰੋਟੈਕਸ਼ਨ ਪਾਰਟੀ, ਜਿਸ ਨੂੰ HRPP ਕਿਹਾ ਜਾਂਦਾ ਹੈ, ਉਹਨੂੰ ਮਤਾਫਾ ਦੀ ਫਸਟ ਪਾਰਟੀ ਨੇ ਅਪ੍ਰੈਲ ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ ਸੱਤਾ ਤੋਂ ਲਾਂਭੇ ਕਰ ਦਿੱਤਾ ਸੀ। ਤੇ ਦੂਸਰੇ ਪਾਸੇ ਪ੍ਰਧਾਨ ਮੰਤਰੀ ਉਹ ਕਹਿੰਦਾ ਮੈਂ ਨਹੀਂ ਮੰਨਦਾ, ਮੈਂ ਹਾਰਿਆ। ਉਹਨਾਂ ਨੇ ਇਹਨੂੰ ਅਣਅਧਿਕਾਰਤ ਐਲਾਨਿਆ। HRPP ਅਤੇ ਫਸਟ ਪਾਰਟੀ ਦੇ ਵਿਚਕਾਰ ਸਖਤ ਮੁਕਾਬਲਾ ਹੋਇਆ ਸੀ। ਦੋਵਾਂ ਪਾਰਟੀਆਂ ਨੂੰ 25-25 ਸੀਟਾਂ ਮਿਲ ਗਈਆਂ ਸੀ, ਪਰ ਇੱਕ ਆਜ਼ਾਦ ਉਮੀਦਵਾਰ ਜਿੱਤਿਆ ਸੀ। ਉਹਨੇ ਆਪਣਾ ਸਮਰਥਨ ਫਸਟ ਪਾਰਟੀ ਨੂੰ ਦੇ ਦਿੱਤਾ। ਇਸ ਫੈਸਲੇ ਤੋਂ ਬਾਅਦ HRPP ਨੇ ਸੱਤਾ ਬਚਾਉਣ ਦੇ ਵਾਸਤੇ ਇੱਕ ਕਾਨੂੰਨ ਦਾ ਸਹਾਰਾ ਲਿਆ। ਅਦਾਲਤ ਦੇ ਵਿੱਚ ਉਸ ਚੋਣ ਨੂੰ ਚੁਣੌਤੀ ਦੇ ਦਿੱਤੀ ਕਿ ਵਿਰੋਧੀਆਂ ਨੇ ਔਰਤ ਸੰਸਥਾ ਦਾ ਜਿਹੜਾ ਕੋਟਾ ਹੈ ਉਹਦਾ ਪਾਲਣ ਠੀਕ ਢੰਗ ਨਾਲ ਨਹੀਂ ਕੀਤਾ। ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਅਪ੍ਰੈਲ ਦੇ ਵਿੱਚ ਹੋਈ ਚੋਣ ਨਤੀਜੇ ਰੱਦ ਕਰ ਦਿੱਤੇ ਅਤੇ 21 ਮਈ ਨੂੰ ਨਵੀਆਂ ਚੋਣਾਂ ਕਰਨ ਵਾਸਤੇ ਦਿਨ ਨਿਰਧਾਰਤ ਕਰ ਦਿੱਤਾ। ਤੇ ਫਿਰ ਕੁਝ ਦਿਨਾਂ ਤੋਂ ਪਹਿਲਾਂ ਜਦੋਂ ਇਹ ਸਭ ਕੁਝ ਹੁੰਦਾ, ਸੁਪਰੀਮ ਕੋਰਟ ਨੇ ਅਪ੍ਰੈਲ ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀ ਉਹਨਾਂ ਨੂੰ ਜਾਇਜ਼ ਠਹਿਰਾ ਦਿੱਤਾ, ਜਿਸ ਤੋਂ ਬਾਅਦ HRPP ਨੇ ਇਸ ਮਾਮਲੇ ਦੇ ਵਿੱਚ ਉਹਨੂੰ ਨਿਰਾਸ਼ਾ ਹੱਥ ਲੱਗੀ
ਤੇ ਪ੍ਰਧਾਨ ਮੰਤਰੀ ਨੇ ਇਹਨਾਂ ਚੋਣਾਂ ਤੋਂ ਪਹਿਲਾਂ ਸਮੋਆ ਦੇ ਵਿੱਚ 22 ਸਾਲਾਂ ਤੱਕ ਰਾਜ ਕੀਤਾ। ਸਮੋਆ ਨੇ ਸਾਲ 1962 ਦੇ ਵਿੱਚ ਨਿਊਜ਼ੀਲੈਂਡ ਤੋਂ ਆਜ਼ਾਦੀ ਪ੍ਰਾਪਤ ਕੀਤੀ ਸੀ ਤੇ ਹੁਣ ਇਸ ਸੰਕਟ ਨੂੰ ਨਜਿੱਠਿਆ ਕਿਵੇਂ ਜਾਵੇ। ਮੁਲਕ ਇੱਕ ਤੇ ਪ੍ਰਧਾਨ ਮੰਤਰੀ ਦੋ, ਕੁਰਸੀ ਇੱਕ ਤੇ ਪ੍ਰਧਾਨ ਮੰਤਰੀ ਦੋ। ਪਹਿਲਾ ਕਹਿੰਦਾ ਮੈਂ ਹਾਰਿਆ ਨਹੀਂ, ਦੂਸਰੀ ਜਿੱਤ ਗਈ ਹੈ, ਉਹਦੇ ਕੋਲ ਬਹੁਮਤ ਵੀ ਹੈ, ਉਹਨੇ ਸਹੁੰ ਵੀ ਚੁੱਕ ਲਈ ਹੈ, ਪਰ ਉਹ ਕਹਿੰਦਾ ਸੰਸਦ ਮੈਂ ਖੋਲ੍ਹਦਾ ਨਹੀਂ। ਹੁਣ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਜਿਹੜਾ ਰਾਜਨੀਤਿਕ ਸੰਕਟ ਉੱਥੇ ਪੈਦਾ ਹੋ ਗਿਆ, ਇਹ ਨਜਿੱਠਿਆ ਕਿਵੇਂ ਜਾਏਗਾ। ਦੁਨੀਆ ਭਰ ਦੀਆਂ ਨਜ਼ਰਾਂ ਇਸ ਵਕਤ ਸਮੋਆ ਤੇ ਟਿਕੀਆਂ ਹੋਈਆਂ ਨੇ। ਇਹ ਭੁਲੇਖਾ ਜਦੋਂ ਮੈਂ ਸਮੋਆ ਦੀ ਖਬਰ ਪੜ੍ਹ ਰਿਹਾ ਸੀ, ਮੈਨੂੰ ਭਾਰਤ ਦਾ ਪੈ ਰਿਹਾ ਸੀ ਕਿ ਸਾਡੇ ਵਾਲੇ ਵੀ ਇਹੀ ਕੁਝ ਕਰਦੇ ਹੁੰਦੇ ਆ। ਸਾਡੇ ਵਾਲੇ ਕਿਉਂ, ਆ ਅਮਰੀਕਾ ਵਾਲਾ ਵੀ ਇਹੀ ਕੁਝ ਕਰਦਾ ਰਿਹਾ। ਟਰੰਪ ਵੀ ਅਖੀਰ ਤੱਕ ਮੰਨਿਆ ਨਹੀਂ ਕਿ ਮੈਂ ਹਾਰ ਗਿਆ। ਉਹ ਤਾਂ ਹਾਲੇ ਵੀ ਕੋਈ ਇੰਟਰਵਿਊ ਸੁਣਿਓ ਵੇਖਿਓ, ਕਹਿੰਦਾ ਮੈਂ ਨਹੀਂ ਹਾਰਿਆ, ਮੇਰੇ ਨਾਲ ਤਾਂ ਧੱਕਾ ਹੋਇਆ। ਹੁਣ ਜਦੋਂ ਅਮਰੀਕਾ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਣ, ਫਿਰ ਸਮੋਆ ਦੇ ਵਿੱਚੋਂ ਕੋਈ ਖਬਰ ਵੱਡੀ ਨਹੀਂ, ਪਰ ਅਮਰੀਕਾ ਦੇ ਵਿੱਚੋਂ ਖਬਰ ਮਿਲ ਰਹੀ ਹੈ ਇੱਕ ਭਾਰਤੀ ਮੂਲ ਦਾ ਪਰਿਵਾਰ ਹੈ, ਉਹਦੀ ਇਮਾਨਦਾਰੀ ਦੀ ਘਰ ਘਰ ਚਰਚਾ ਹੋ ਰਹੀ ਹੈ। ਮੈਸਾਚੁਸੇਟਸ ਰਾਜ ਦੇ ਵਿੱਚ ਭਾਰਤੀ ਮੂਲ ਦਾ ਇੱਕ ਪਰਿਵਾਰ ਇਮਾਨਦਾਰੀ ਦਾ ਸਿਖਰ ਕਰ ਦਿੱਤਾ। ਅਸਲ ਵਿੱਚ ਉਹਨਾਂ ਦਾ ਇੱਕ ਸਟੋਰ ਹੈ, ਉਹਨਾਂ ਦੇ ਸਟੋਰ ਤੋਂ ਇੱਕ ਔਰਤ ਨੇ ਲੋਟਰੀ ਦੀ ਟਿਕਟ ਖਰੀਦੀ, ਸਕ੍ਰੈਚ ਕੀਤਾ, ਉਹਨੂੰ ਲੱਗਿਆ ਕਿ ਮੈਂ ਜਿੱਤੀ ਨਹੀਂ, ਬੇਕਾਰ ਸਮਝ ਕੇ ਟਿਕਟ ਸੁੱਟ ਗਈ ਤੇ ਟਿਕਟ ਨੇ ਰਾਤੋਂ ਰਾਤ ਲੱਖਪਤੀ ਮਿਲੀਅਨਰ ਬਣਾ ਦਿੱਤਾ। ਭਾਰਤੀ ਮੂਲ ਦੇ ਪਰਿਵਾਰ ਦੀ ਇਮਾਨਦਾਰੀ ਦੇ ਚਰਚੇ ਕਿਉਂ ਹੋ ਰਹੇ ਨੇ? ਬੜੀ ਮਹੱਤਵਪੂਰਨ ਖਬਰ ਹੈ। ਲੀਰੋਜ਼ ਵੀਏਗਾ ਮਾਰਚ ਮਹੀਨੇ ਲੱਕੀ ਸਟਾਪ ਨਾਮ ਦੀ ਇਹਨਾਂ ਦੀ ਦੁਕਾਨ ਤੋਂ ਇੱਕ ਸਟੋਰ ਤੋਂ ਲੋਟਰੀ ਖਰੀਦਦੀ ਹੈ ਤੇ ਇਹ ਦੁਕਾਨ ਸਾਊਥਵਿਕ ਇਲਾਕੇ ਦੇ ਵਿੱਚ ਭਾਰਤੀ ਮੂਲ ਦੇ ਰਹਿਣ ਵਾਲੇ ਪਰਿਵਾਰ ਦੀ ਹੈ। ਦੱਸਣ ਦੇ ਮੁਤਾਬਕ ਇਸ ਪਰਿਵਾਰ ਦੇ ਕਿ ਇਹ ਔਰਤ ਅਕਸਰ ਸਾਡੀ ਦੁਕਾਨ ਤੇ ਆਉਂਦੀ ਸੀ ਤੇ ਸਾਡੇ ਤੋਂ ਟਿਕਟਾਂ ਖਰੀਦਦੀ ਸੀ, ਭਾਵ ਪੱਕੀ ਕਸਟਮਰ ਸੀ। ਫੀਏਗਾ ਨੇ ਬੀਤੇ ਸੋਮਵਾਰ ਨੂੰ ਦੱਸਿਆ ਕਿ ਮੇਰੀ ਲੰਚ ਬ੍ਰੇਕ ਸੀ ਅਤੇ ਮੈਂ ਜਲਦੀ ਵਿੱਚ ਸੀ। ਮੈਂ ਜਲਦਬਾਜ਼ੀ ਵਿੱਚ ਟਿਕਟ ਦਾ ਨੰਬਰ ਸਕ੍ਰੈਚ ਕੀਤਾ, ਵੇਖਿਆ ਕਿ ਟਿਕਟ ਜੇਤੂ ਨਹੀਂ। ਮੈਂ ਆਖਿਆ ਕਿ ਇਹਨੂੰ ਭਾਈ ਇੱਥੇ ਰੱਦੀ ਦੀਆਂ ਟਿਕਟਾਂ ਵਿੱਚ ਸੁੱਟ ਦਿਓ, ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹਨੇ ਸਾਰੇ ਨੰਬਰ ਸਕ੍ਰੈਚ ਨਹੀਂ ਸੀ ਕੀਤੇ। ਜਲਦਬਾਜ਼ੀ ਵਿੱਚ ਸਕ੍ਰੈਚ ਕੀਤਾ, ਸਾਰੇ ਨੰਬਰ ਸਕ੍ਰੈਚ ਨਾ ਕਰ ਸਕੀ, ਉਹਨੂੰ ਲੱਗਿਆ ਕਿ ਟਿਕਟ ਜਿੱਤੀ ਨਹੀਂ। 10 ਦਿਨਾਂ ਤੱਕ ਬੇਕਾਰ ਟਿਕਟਾਂ ਦੇ ਵਿੱਚੋਂ ਟਿਕਟ ਪਈ ਰਹੀ। ਉਸ ਤੋਂ ਬਾਅਦ ਦੁਕਾਨ ਦੇ ਮਾਲਕ, ਉਹਦਾ ਪੁੱਤ ਕੁਦਰਤਨ ਉਸ ਦਿਨ ਦੁਕਾਨ ਤੇ ਸੀ, ਅਵੇ ਦੀ ਨਜ਼ਰ ਉਸ ਟਿਕਟ ਤੇ ਪਈ। ਉਹਨੇ ਦੇਖਿਆ ਕਿ ਪੂਰਾ ਤਾਂ ਸਕ੍ਰੈਚ ਹੀ ਨਹੀਂ ਕੀਤਾ ਹੋਇਆ। ਉਹਨੇ ਜਦੋਂ ਪੂਰਾ ਸਕ੍ਰੈਚ ਕੀਤਾ ਤੇ ਫਿਰ ਉਹਨੇ ਆਪਣੀ ਮਾਂ ਨੂੰ ਦੱਸਿਆ ਕਿ ਆ ਜਿਹੜੀ ਆਪਣੀ ਪੱਕੀ ਗਾਹਕ ਹੈ, ਆਪਣੇ ਕੋਲੋਂ ਟਿਕਟ ਲੈ ਕੇ ਗਈ ਸੀ, ਅਸਲ ਦੇ ਵਿੱਚ ਇਹ ਤਾਂ ਲੋਟਰੀ ਜਿੱਤ ਗਈ ਹੈ। ਉਹਨੇ ਫਿਰ ਉੱਥੋਂ ਦੇ ਇੱਕ ਟੀਵੀ ਚੈਨਲ ਨੂੰ ਦੱਸਿਆ ਕਿ ਮੈਂ ਸ਼ਾਮ ਨੂੰ ਇੱਕ ਬੇਕਾਰ ਪੈ ਟਿਕਟ ਨੂੰ ਦੇਖਿਆ, ਸਕ੍ਰੈਚ ਕੀਤਾ ਤੇ ਅਸਲ ਦੇ ਵਿੱਚ ਉਹ ਨੰਬਰ ਸਕ੍ਰੈਚ ਕੀਤਾ ਹੋਇਆ ਬਿਲਕੁਲ ਜੇਤੂ ਨੰਬਰ ਨਾਲ ਮੈਚ ਕਰ ਗਿਆ। 10 ਲੱਖ ਅਮਰੀਕਨ ਡਾਲਰ ਭਾਵ $1 ਮਿਲੀਅਨ ਦੀ ਲਾਟਰੀ ਜਿੱਤ ਚੁੱਕੀ ਸੀ। ਅਬੇ ਨੇ ਮਜ਼ਾਕੀਆ ਅੰਦਾਜ਼ ਵਿੱਚ ਘਰੇ ਫੋਨ ਕਰਕੇ ਦੱਸਿਆ ਕਿ ਮੈਂ ਲੱਖਪਤੀ ਬਣ ਗਿਆ, ਮੈਂ ਮਿਲੀਅਨਰ ਹੋ ਗਿਆ। ਇਹਨਾਂ ਪੈਸਿਆਂ ਦੇ ਨਾਲ ਉਹ ਕਹਿੰਦਾ ਸਭ ਤੋਂ ਪਹਿਲਾਂ ਮੈਂ ਸੋਚਿਆ ਕਿ ਹੁਣ ਇੱਕ ਨਵੀਂ ਕਾਰ ਲਿਆਉਂਗਾ। ਫਿਰ ਕਹਿੰਦੇ ਮੇਰੇ ਦਿਲ ਦੇ ਵਿੱਚ ਡਬਲ ਮਾਈਂਡਡ ਹੋ ਗਿਆ ਕਿ ਜਾਂ ਟਿਕਟ ਵਾਪਸੀ ਨਾ ਕਰ ਦਈਏ। ਫਿਰ ਉਹਨੇ ਜਾ ਕੇ ਆਪਣੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ। ਹੁਣ $1 ਮਿਲੀਅਨ ਬੰਦੇ ਨੂੰ ਆ ਰਿਹਾ ਹੋਵੇ, ਕਿਸੇ ਨੂੰ ਕੰਨੋਂ ਕੰਨ ਉਹਦੀ ਖਬਰ ਵੀ ਨਾ ਹੋਵੇ, ਇਹ ਫੈਸਲਾ ਕਰਨਾ ਆਸਾਨ ਨਹੀਂ। ਫਿਰ ਉਹ ਕਹਿੰਦੇ ਅਸੀਂ 2 ਰਾਤਾਂ ਸੁੱਤੇ ਨਹੀਂ ਇਸ ਕਸ਼ਮਕਸ਼ ਦੇ ਵਿੱਚ, ਤੇ ਹੁਣ ਕਰੀਏ ਕੀ। ਫਿਰ ਦੱਸਿਆ ਗਿਆ ਕਿ ਉਹਨਾਂ ਅਬੇ ਦੀ ਮਾਂ ਨੇ ਆਪਣੀ ਸੱਸ ਨੂੰ ਭਾਵ ਅਬੇ ਦੀ ਦਾਦੀ ਨੂੰ ਇੰਡੀਆ ਦੇ ਵਿੱਚ ਫੋਨ ਕਰਕੇ ਪੁੱਛਿਆ ਕਿ ਬਜ਼ੁਰਗੋ ਇਹ ਦੱਸਿਓ, ਆਪਣੀ ਦੁਕਾਨ ਤੋਂ ਕਿਸੇ ਨੇ ਟਿਕਟ ਖਰੀਦੀ, $1 ਮਿਲੀਅਨ ਭਾਵ $10 ਲੱਖ ਉਹ ਜਿੱਤ ਗਈ, ਕੀ ਆਪਾਂ ਨੂੰ ਰੱਖ ਲੈਣਾ ਚਾਹੀਦਾ ਕਿਉਂਕਿ ਉਹਨੂੰ ਤਾਂ ਪਤਾ ਹੀ ਹੈ ਨਹੀਂ, ਜਾਂ ਉਹਨੂੰ ਫੋਨ ਕਰਕੇ ਸੱਦੀਏ ਕਿ ਭਾਈ ਆ $1 ਮਿਲੀਅਨ ਤੇਰਾ ਹੈ। ਉਹ ਕਹਿੰਦੀ ਦਾਦੀ ਨੇ ਆਖਿਆ ਕਿ ਨਾ, ਇਹ ਪੈਸਾ ਆਪਣਾ ਨਹੀਂ, ਇਹਦੇ ਤੇ ਆਪਣਾ ਹੱਕ ਨਹੀਂ। ਵੱਡਿਆਂ ਨੇ ਜੋ ਆਖਿਆ ਪਰਿਵਾਰ ਨੇ ਗੱਲ ਮੰਨ ਲਈ। ਉਹਦੇ ਤੋਂ ਬਾਅਦ ਟਿਕਟ ਵਾਪਸ ਕਰਨ ਦਾ ਫੈਸਲਾ ਲੈ ਲਿਆ। ਪੂਰੀ ਘਟਨਾ ਤੋਂ ਬਾਅਦ ਫਾਈਗਾ ਨੇ ਦੱਸਿਆ ਕਿ ਅਬੇ ਨੇ ਮੈਨੂੰ ਆਖਿਆ ਕਿ ਸਾਡੇ ਸਟੋਰ ਤੇ ਆਓ, ਪਰ ਕਹਿੰਦੇ ਮੈਂ ਕਿਹਾ ਮੈਂ ਤਾਂ ਇਸ ਵਕਤ ਕੰਮ ਕਰ ਰਹੀ ਹਾਂ, ਮੇਰੇ ਤੋਂ ਆ ਨਹੀਂ ਹੋਣਾ। ਪਰ ਉਹ ਕਹਿੰਦੇ ਨਹੀਂ, ਤੁਹਾਨੂੰ ਆਉਣਾ ਪਊ। ਜਦੋਂ ਕਹਿੰਦੇ ਮੈਂ ਉੱਥੇ ਗਈ ਤਾਂ ਮੈਨੂੰ ਉਹਨਾਂ ਨੇ ਆ ਸਾਰੀ ਗੱਲ ਦੱਸੀ। ਉਹਦੇ ਤੋਂ ਬਾਅਦ ਕਹਿੰਦੀ ਮੈਨੂੰ ਵਿਸ਼ਵਾਸ ਹੀ ਨਹੀਂ ਸੀ ਹੋ ਰਿਹਾ ਕਿ ਦੁਨੀਆ 'ਚ ਇਮਾਨਦਾਰੀ ਜਿੰਦਾ ਹੈ। ਮੈਂ ਖੁਦ ਸੁੱਟ ਕੇ ਗਈਆਂ ਟਿਕਟ ਕਿ ਬੇਕਾਰ ਹੈ। $10 ਲੱਖ $1 ਮਿਲੀਅਨ ਅਮਰੀਕਨ ਨਿਕਲਿਆ ਹੋਵੇ ਤੇ ਉਹ ਪਰਿਵਾਰ ਮੈਨੂੰ ਫੋਨ ਕਰਕੇ ਸੱਦੇ ਕਿ ਆ ਤੁਹਾਡੀ ਟਿਕਟ ਤੇ ਤੁਸੀਂ ਜੇਤੂ ਹੋ। ਕਹਿੰਦੀ ਫਿਰ ਮੇਰੇ ਤੋਂ ਖੁਸ਼ੀ ਸੰਭਾਲੀ ਨਹੀਂ ਗਈ।
ਮੈਨੂੰ ਰੋਣਾ ਆ ਗਿਆ। ਮੈਂ ਉਸ ਪਰਿਵਾਰ ਨੂੰ ਗਲੇ ਵੀ ਲਾਇਆ। ਹੁਣ ਉਹਦੇ ਤੋਂ ਬਾਅਦ ਸਮੁੱਚੇ ਅਮਰੀਕਾ ਦੇ ਵਿੱਚ ਇਸ ਇਮਾਨਦਾਰ ਪਰਿਵਾਰ ਦੀ ਤਾਰੀਫ ਹੋ ਰਹੀ ਹੈ। ਅਗਲੀ ਜਿਹੜੀ ਖਬਰ ਹੈ ਉਹ ਭਾਰਤ ਵਾਲੇ ਪਾਸਿਓਂ ਹੈ। CBI ਦੇ ਨਵੇਂ ਡਾਇਰੈਕਟਰ ਨਿਯੁਕਤ ਕਰ ਦਿੱਤੇ ਗਏ ਹੈ। ਸੁਬੋਧ ਕੁਮਾਰ ਜਾਇਸਵਾਲ CBI ਦੇ ਹੁਣ ਨਵੇਂ ਡਾਇਰੈਕਟਰ ਨਿਯੁਕਤ ਕਰ ਦਿੱਤੇ ਗਏ ਹੈ। ਉਹ 1985 ਬੈਚ ਦੇ IPS ਆਫੀਸਰ ਨੇ। ਜਾਣਕਾਰੀ ਦੇ ਮੁਤਾਬਕ ਸੁਬੋਧ ਕੁਮਾਰ ਜਾਇਸਵਾਲ 2 ਸਾਲ ਤੱਕ CBI ਦੇ ਡਾਇਰੈਕਟਰ ਦੇ ਅਹੁਦੇ ਤੇ ਤੈਨਾਤ ਰਹਿਣਗੇ। ਦੱਸਣਾ ਬਣਦਾ ਕਿ ਪਹਿਲਾਂ ਮਹਾਰਾਸ਼ਟਰ ਦੇ DGP ਉਸ ਅਹੁਦੇ ਤੇ ਤੈਨਾਤ ਰਹੇ ਨੇ ਤੇ ਅੱਜ ਕੱਲ੍ਹ ਜਾਇਸਵਾਲ CISF ਦੇ ਡਾਇਰੈਕਟਰ ਜਨਰਲ ਦੇ ਅਹੁਦੇ ਤੇ ਤੈਨਾਤ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ 3 ਮੈਂਬਰੀ ਕਮੇਟੀ, ਇਸ 3 ਮੈਂਬਰੀ ਕਮੇਟੀ ਨੇ ਕੱਲ੍ਹ 3 ਨਾਵਾਂ ਨੂੰ ਸ਼ਾਰਟ ਲਿਸਟ ਕੀਤਾ ਸੀ ਤੇ ਉਹਦੇ ਤੋਂ ਬਾਅਦ ਇਹਨਾਂ ਦੇ ਨਾਮ ਦੇ ਉੱਤੇ ਸਹੀ ਪਾ ਦਿੱਤੀ ਗਈ ਹੈ। ਹੁਣ ਉਹਨਾਂ ਨੂੰ ਅਧਿਕਾਰਤ ਤੌਰ ਤੇ ਨਿਯੁਕਤੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ। CBI ਨੂੰ ਭਾਵ ਇੱਕ ਨਵੇਂ ਡਾਇਰੈਕਟਰ ਮਿਲ ਗਏ ਨੇ। ਅਗਲੀ ਜਿਹੜੀ ਖਬਰ ਹੈ ਇਹ ਸੋਸ਼ਲ ਮੀਡੀਆ ਨਾਲ ਜੁੜੀ ਹੋਈ ਖਬਰ ਹੈ। ਮੈਨੂੰ ਲੱਗਦਾ ਕਿ ਹਾਲੇ ਤੱਕ ਨਾ ਸਰਕਾਰਾਂ ਨਾ ਆਮ ਲੋਕ ਕਿ ਸੋਸ਼ਲ ਮੀਡੀਆ ਪਾਵਰਫੁਲ ਕਿੰਨਾ ਕੁ ਹੋ ਚੁੱਕਿਆ ਇਹਦੀ ਤਾਕਤ ਤੋਂ ਬਹੁਤੇ ਜਾਣੂ ਨਹੀਂ। ਜਿੱਥੇ ਇਹਦੀ ਤਾਕਤ ਹੈ ਉੱਥੇ ਬਹੁਤ ਸਾਰੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਵੀ ਦਿੱਤਾ ਹੈ ਸੋਸ਼ਲ ਮੀਡੀਆ ਨੇ। ਤੁਹਾਨੂੰ ਯਾਦ ਹੋਣਾ ਕਿ ਸੋਸ਼ਲ ਮੀਡੀਆ ਝੁਕਦਾ ਨਹੀਂ, ਲਿਫਦਾ ਨਹੀਂ। ਅਮਰੀਕੀ ਰਾਸ਼ਟਰਪਤੀ ਜਿਹੜੇ ਹੁੰਦੇ ਸੀ ਟਰੰਪ ਤੇ ਹੁਣ ਸਾਬਕਾ ਰਾਸ਼ਟਰਪਤੀ ਨੇ, ਉਹ ਵਿੰਗੇ ਸਿੱਧੇ ਪੁੱਠੇ ਸਿੱਧੇ ਟਵੀਟ ਕਰਦੇ ਹੁੰਦੇ ਸੀ ਟਵਿੱਟਰ ਤੋਂ ਪਾਸੇ, ਫੇਸਬੁੱਕ ਤੋਂ ਲਾਂਭੇ। ਲਗਭਗ ਹਰ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਨੇ ਉਹਨਾਂ ਨੂੰ ਬੈਨ ਕਰ ਦਿੱਤਾ। ਪਰ ਹੁਣ ਟਵਿੱਟਰ ਦੇ ਦਫ਼ਤਰ ਤੇ ਦਿੱਲੀ ਦੇ ਵਿੱਚ ਛਾਪੇਮਾਰੀ ਕੀਤੀ ਹੈ ਭਾਰਤ ਵਿੱਚ, ਤੇ ਟੂਲ ਕਿਟ ਦੇ ਮਾਮਲੇ ਨੂੰ ਲੈ ਕੇ ਸਿਆਸਤ ਗਰਮਾ ਗਈ ਤੇ ਅਮਰੀਕਾ ਤੱਕ ਤਾਰਾਂ ਖੜਕੀਆਂ ਨੇ। ਜਾਣਕਾਰੀ ਮਿਲੀ ਹੈ ਕਿ ਮਾਮਲਾ ਛੋਟਾ ਨਹੀਂ, ਸੁਰਖੀਆਂ ਦੇ ਵਿੱਚ ਆ ਗਿਆ। ਕਾਂਗਰਸ ਦੇ ਕਥਿਤ ਟੂਲ ਕਿਟ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਦੇ ਵੱਲੋਂ ਟਵਿੱਟਰ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ। ਉਹਨਾਂ ਦੇ ਇੰਡੀਆ ਦੇ ਦਫ਼ਤਰ ਤੇ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਤੋਂ ਪਤਾ ਲੱਗਿਆ ਕਿ ਟਵਿੱਟਰ ਕੰਪਨੀ ਦਾ US ਹੈੱਡਕੁਆਰਟਰ ਸਰਗਰਮ ਹੋ ਗਿਆ। ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਦੀ ਟੀਮ ਦੇ ਨਾਲ ਇਹ ਜਾਣਕਾਰੀ ਮਿਲੀ ਜਦੋਂ ਛਾਪਾ ਮਾਰਿਆ ਗਿਆ। ਛਾਪਾ ਦਿੱਲੀ ਦੇ ਲਾਡੋ ਸਰਾਏ ਦੇ ਵਿੱਚ ਸਥਿਤ ਟਵਿੱਟਰ ਦੇ ਦਫ਼ਤਰ ਤੇ ਮਾਰਿਆ ਗਿਆ। ਦਫ਼ਤਰ ਦੀ ਤਲਾਸ਼ੀ ਲਈ ਗਈ। ਤਲਾਸ਼ੀ ਲੈਣ ਉਪਰੰਤ ਹਰਕਤ ਵਿੱਚ ਆਉਂਦਿਆਂ ਸੋਸ਼ਲ ਮੀਡੀਆ ਕੰਪਨੀ ਟਵਿੱਟਰ ਨੇ ਇਹ ਮਾਮਲਾ ਗਲੋਬਲ ਡਿਪਟੀ ਜਨਰਲ ਕਾਉਂਸਲ ਕਾਨੂੰਨੀ ਮਾਹਰ ਜਿਮ ਬੇਕਰ ਨੂੰ ਸੌਂਪ ਦਿੱਤਾ ਹੈ, ਜਿਸ ਨੇ ਅਮਰੀਕੀ ਜਾਂਚ ਏਜੰਸੀ FBI ਭਾਵ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨਾਲ ਵੀ ਕੰਮ ਕੀਤਾ ਹੈ। ਉਹਦੇ ਧਿਆਨ ਦੇ ਵਿੱਚ ਇਹ ਮਾਮਲਾ ਲਿਆ ਦਿੱਤਾ, ਭਾਵ ਹੁਣ ਇਹ ਸੁਖਾਲਾ ਨਹੀਂ ਨਜਿੱਠਿਆ ਜਾਣਾ। ਜਾਣਕਾਰੀ ਮਿਲੀ ਹੈ ਕਿ ਟਵਿੱਟਰ ਕੰਪਨੀ ਇਸ ਮਾਮਲੇ ਨੂੰ ਵੱਡੇ ਪੱਧਰ ਤੇ ਨਜਿੱਠਣਾ ਚਾਹੁੰਦੀ ਹੈ ਕਿ ਕੱਲ ਨੂੰ ਤਾਂ ਹਰ ਕੋਈ ਸਰਕਾਰ ਕਹੂਗੇ ਸਾਡੇ ਆਖੇ ਲੱਗ ਕੇ ਆ ਵੀ ਕਰ ਦਿਓ ਤੇ ਆ ਵੀ ਕਰ ਦਿਓ, ਕਿਉਂਕਿ ਟਵਿੱਟਰ ਰਾਸ਼ਟਰਪਤੀ ਹੁੰਦੇ ਸੀ ਟਰੰਪ, ਉਹਦੇ ਅੱਗੇ ਲਿਫੇ ਨਹੀਂ, ਝੁਕੇ ਨਹੀਂ। ਉਹਦੇ ਤੋਂ ਬਾਅਦ ਬੀਤੇ ਦਿਨੀ ਫੇਸਬੁੱਕ ਦੇ ਉੱਤੇ ਰਾਸ਼ਟਰਪਤੀ ਟਰੰਪ ਦੀ ਧੀ ਨੇ ਆਪਣੇ ਡੈਡ ਦੀ, ਆਪਣੇ ਪਿਤਾ ਦੀ ਇੱਕ ਵੀਡੀਓ ਸ਼ੇਅਰ ਕਰ ਦਿੱਤੀ ਸੀ। ਫੇਸਬੁੱਕ ਨੇ ਉਹਨੂੰ ਵੀ ਆਖ ਦਿੱਤਾ ਸੀ ਜੇ ਅੱਗੇ ਤੋਂ ਇਸ ਬੰਦੇ ਦੀ ਕੋਈ ਵੀਡੀਓ ਤੁਸੀਂ ਆਪਣੇ ਅਕਾਊਂਟ ਤੋਂ ਸ਼ੇਅਰ ਕੀਤੀ ਹੈ, ਖਾਤਾ ਤੇਰਾ ਵੀ ਬੰਦ ਹੋ ਜੂ। ਸੋ ਕਹਿਣ ਦਾ ਭਾਵ ਇਹ ਟਵਿੱਟਰ ਨੂੰ ਡਰਾਇਆ ਧਮਕਾਇਆ ਤਾਂ ਨਹੀਂ ਜਾ ਸਕਦਾ। ਪਰ ਹੁਣ ਦੂਸਰੇ ਪਾਸੇ ਕਾਂਗਰਸ ਨੇ ਵੀ ਇਸ ਕਥਿਤ ਫਰਜ਼ੀ ਟੂਲ ਕਿਟ ਵਿਵਾਦ ਦੇ ਵਿੱਚ ਟਵਿੱਟਰ ਨੂੰ ਇੱਕ ਚਿੱਠੀ ਲਿਖੀ ਹੈ ਕਿ 11 ਕੇਂਦਰੀ ਮੰਤਰੀਆਂ ਦੇ ਟਵੀਟ ਤੇ ਵੀ ਕਾਰਵਾਈ ਕਰੋ। ਕਾਂਗਰਸ ਪਾਰਟੀ ਨੇ ਟਵਿੱਟਰ ਨੂੰ ਅਧਿਕਾਰਤ ਪੱਤਰ ਭੇਜਿਆ ਹੈ ਤੇ ਇਹ ਪੱਤਰ ਭੇਜ ਕੇ, ਚਿੱਠੀ ਭੇਜ ਕੇ ਭਾਜਪਾ ਦੇ ਬੁਲਾਰੇ ਸੰਬਤ ਪਾਤਰਾ ਦੇ ਕਥਿਤ ਫਰਜ਼ੀ ਟੂਲ ਕਿਟ ਨੂੰ ਸਾਂਝਾ ਕਰਕੇ ਇਹਨਾਂ ਕੇਂਦਰੀ ਮੰਤਰੀਆਂ ਦੇ ਟਵੀਟ ਨੂੰ ਮੈਨੂਪਲੇਟਡ ਮੀਡੀਆ ਸ਼੍ਰੇਣੀ ਵਿੱਚ ਪਾਉਣ ਵਾਸਤੇ ਬੇਨਤੀ ਕੀਤੀ ਹੈ। ਕਾਂਗਰਸ ਦੇ ਆਗੂ ਨੇ ਰਣਦੀਪ ਸਿੰਘ ਸੂਰਜੇਵਾਲਾ, ਉਹਨਾਂ ਨੇ ਟਵਿੱਟਰ ਖਿਲਾਫ ਪੁਲਿਸ ਕਾਰਵਾਈ ਦੀ ਆਲੋਚਨਾ ਵੀ ਕੀਤੀ ਹੈ ਅਤੇ ਕਿਹਾ ਕਿ ਦੋਸ਼ੀ ਭਾਜਪਾ ਆਗੂਆਂ ਤੇ ਕਾਰਵਾਈ ਦੀ ਬਜਾਏ ਫਰਜ਼ੀਵਾੜੇ ਦਾ ਭਾਂਡਾ ਭੰਨਣ ਵਾਲਿਆਂ ਨੂੰ ਡਰਾਉਣ ਧਮਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਕਥਿਤ ਟੂਲ ਕਿਟ ਵਿਵਾਦ ਵਿੱਚ ਪਾਤਰਾ ਸਮੇਤ 5 ਭਾਜਪਾ ਆਗੂਆਂ ਦੇ ਟਵੀਟ ਨੂੰ ਮੈਨੂਪਲੇਟਡ ਮੀਡੀਆ ਐਲਾਨਣ ਤੋਂ ਬਾਅਦ ਕੇਂਦਰੀ ਮੰਤਰੀਆਂ ਦੇ ਟਵੀਟ ਤੇ ਕਾਰਵਾਈ ਲਈ ਕਾਂਗਰਸ ਨੇ ਟਵਿੱਟਰ ਨੂੰ ਇਹ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ ਜਿਨ੍ਹਾਂ ਕੇਂਦਰੀ ਮੰਤਰੀਆਂ ਦੇ ਟਵੀਟ ਮੈਨੂਪਲੇਟਡ ਐਲਾਨਣ ਦੀ ਮੰਗ ਕੀਤੀ ਗਈ ਹੈ, ਉਹਨਾਂ ਵਿੱਚ ਰਵੀ ਸ਼ੰਕਰ ਪ੍ਰਸਾਦ, ਸਿਮਰਤੀ ਇਰਾਨੀ, ਗਿਰੀਰਾਜ ਸਿੰਘ, ਪ੍ਰਹਲਾਦ ਜੋਸ਼ੀ, ਧਰਮਿੰਦਰ ਪ੍ਰਧਾਨ, ਰਮੇਸ਼ ਪੋਖਰਿਆਲ, ਹਰਸ਼ਵਰਧਨ, ਥਾਵਰਚੰਦ ਗਹਿਲੋਤ,
ਮੁਖਤਾਰ ਅਬਾਸ ਨਕਵੀ ਅਤੇ ਗਜਿੰਦਰ ਸਿੰਘ ਸ਼ੇਖਾਵਤ ਦੇ ਨਾਮ ਸ਼ਾਮਲ ਨੇ। ਟਵਿੱਟਰ ਦੇ ਦਫ਼ਤਰਾਂ ਦੇ ਵਿੱਚ ਦਿੱਲੀ ਪੁਲਿਸ ਦਾ ਜਿਹੜਾ ਛਾਪਾ ਪਿਆ, ਉਹ ਛਾਪੇ ਦੀ ਕਾਰਵਾਈ ਦੇ ਉੱਤੇ ਉਹਨਾਂ ਨੇ ਆਖਿਆ ਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਇਹ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਮੈਨੂਪੂਲੇਟਡ ਸ਼੍ਰੇਣੀ ਵਿੱਚ ਪਾਇਆ ਗਿਆ, ਪੁਲਿਸ ਪੁੱਛਗਿੱਛ ਉਹਨਾਂ ਤੋਂ ਕਰਦੀ, ਪਰ ਉਲਟੀ ਛਾਪੇਮਾਰੀ ਕਿੱਥੇ ਕੀਤੀ ਜਾ ਰਹੀ ਹੈ? ਟਵਿੱਟਰ ਦੇ ਦਫ਼ਤਰਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹਨਾਂ ਨੇ ਆਖਿਆ ਕਿ ਉਲਟਾ ਚੋਰ ਕੋਤਵਾਲ ਨੂੰ ਡਾਂਟ ਰਿਹਾ ਹੈ। ਹਕੀਕਤ 'ਚ ਪੁੱਛਗਿੱਛ ਭਾਜਪਾ ਆਗੂਆਂ ਤੋਂ ਹੋਣੀ ਚਾਹੀਦੀ ਸੀ, ਪਰ ਛਾਪੇ ਪੈ ਰਹੇ ਨੇ ਟਵਿੱਟਰ ਦੇ ਦਫ਼ਤਰਾਂ ਤੇ। ਉਹਨਾਂ ਕਿਹਾ ਕਿ ਕਰੋਨਾ ਨਾਲ ਲੜਨ ਦੀ ਬਜਾਏ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਫਰਜ਼ੀ ਟੂਲ ਕਿਟ ਮੁਹਿੰਮ ਨਾਲ ਲੜ ਰਹੇ ਨੇ। ਇਹ ਰਾਜ ਧਰਮ ਨਹੀਂ। ਉਹ ਦੂਸਰੇ ਪਾਸੇ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ, ਉਹਨਾਂ ਨੇ ਵੀ ਇਸ ਕਥਿਤ ਕੋਵਿਡ ਟੂਲ ਕਿਟ ਦੀ ਸ਼ਿਕਾਇਤ ਦੀ ਜਾਂਚ ਦੇ ਸਿਲਸਿਲੇ ਦੇ ਵਿੱਚ ਦਿੱਲੀ ਪੁਲਿਸ ਦੇ ਵੱਲੋਂ ਟਵਿੱਟਰ ਇੰਡੀਆ ਨੂੰ ਨੋਟਿਸ ਭੇਜੇ ਜਾਣ ਤੇ ਉਹਨਾਂ ਨੇ ਇੱਕ ਟਵੀਟ ਕੀਤਾ ਕਿ ਸੱਚ ਡਰਦਾ ਨਹੀਂ। ਕਿਉਂਕਿ ਦਿੱਲੀ ਦੇ ਗੁਰੂਗ੍ਰਾਮ 'ਚ ਟਵਿੱਟਰ ਦੇ ਦਫ਼ਤਰਾਂ ਤੇ ਜਿਹੜਾ ਛਾਪਾ ਮਾਰਿਆ ਗਿਆ, ਇਹਨੇ ਦੁਨੀਆ ਭਰ ਦੇ ਵਿੱਚ ਹੜਕੰਪ ਮਚਾਇਆ ਕਿ ਕੀ ਹੁਣ ਸਰਕਾਰਾਂ ਸੋਸ਼ਲ ਮੀਡੀਆ ਨੂੰ ਆਪਣੇ ਵੱਸ 'ਚ ਕਰਨਾ ਚਾਹੁੰਦੀਆਂ ਨੇ। ਅਖਬਾਰਾਂ ਵੱਸ ਕਰ ਲਈਆਂ, ਬਹੁਤ ਸਾਰੇ ਟੀਵੀ ਚੈਨਲ ਆਪਣੇ ਵੱਸ ਵਿੱਚ ਕਰ ਲਏ। ਜੇ ਕੋਈ ਟੀਵੀ ਚੈਨਲ ਵੱਸ ਵਿੱਚ ਨਹੀਂ ਸੀ ਹੁੰਦਾ ਤਾਂ ਉਹਨਾਂ ਦੇ ਬੁਲਾਰੇ ਵੱਸ ਕਰ ਲਏ, ਉਹਨਾਂ ਦੇ ਪੱਤਰਕਾਰ ਵੱਸ ਕਰ ਲਏ। ਜੋ ਦਿਲ ਕਰਦਾ ਹੈ ਉਹ ਲਿਖਵਾਇਆ ਜਾਂਦਾ ਹੈ। ਹੁਣ ਪੱਤਰਕਾਰੀ ਪੀਲੀ ਵੀ ਹੋ ਗਈ। ਅਸਲ ਦੇ ਵਿੱਚ ਇਹ ਪੱਤਰਕਾਰੀ ਨਹੀਂ, ਉਹ ਐਡਵਰਟਾਈਜ਼ਮੈਂਟ ਤਾਂ ਹੋ ਸਕਦੀ ਹੈ, ਪਰ ਉਹ ਪੱਤਰਕਾਰੀ ਨਹੀਂ। ਹੁਣ ਤੁਸੀਂ ਵੇਖਿਆ ਹੋਣਾ ਕਿ ਅੱਜ 6 ਮਹੀਨੇ ਪੂਰੇ ਹੋ ਗਏ ਆ ਕਿਸਾਨੀ ਸੰਘਰਸ਼ ਨੂੰ ਦਿੱਲੀ ਦੀਆਂ ਸਰਹੱਦਾਂ ਤੇ ਚੱਲਦਿਆਂ, ਤੇ ਉਹਨਾਂ ਨੇ ਆਖਿਆ ਸੀ ਕਿ ਘਰ ਘਰ ਦੁਕਾਨਾਂ ਤੇ ਮਕਾਨਾਂ ਤੇ ਵਹੀਕਲਸ ਦੇ ਉੱਤੇ ਕਾਲੀਆਂ ਝੰਡੀਆਂ ਲਾਓ। ਪਰ ਤੁਹਾਨੂੰ ਯਾਦ ਹੋਣਾ ਕਿ ਬੀਤੇ 6 ਮਹੀਨਿਆਂ ਦੇ ਵਿੱਚ ਬਹੁਤ ਸਾਰੇ ਟੀਵੀ ਚੈਨਲ ਸੀ ਜਿਨ੍ਹਾਂ ਨੂੰ ਹੋ ਸਕਦਾ ਤੁਸੀਂ ਪਹਿਲਾਂ ਰੋਜ਼ਾਨਾ ਦੇਖਦੇ ਹੋਵੋਗੇ, ਪਰ ਹੁਣ ਕਦੀ ਆਨ ਨਹੀਂ ਕਰਦੇ। ਸੱਚ ਸਾਹਮਣੇ ਆ ਗਿਆ। ਰਾਹੁਲ ਗਾਂਧੀ ਨੇ ਵੀ ਲਿਖਿਆ ਕਿ ਸੱਚ ਡਰਦਾ ਨਹੀਂ, ਪਰ ਸੱਚ ਕਿੰਨਾ ਕੁ, ਸੱਚ ਦਾ ਸਾਥ ਲੋਕ ਕਿੰਨਾ ਕੁ ਦਿੰਦੇ ਨੇ, ਇਹ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ। ਝੂਠੇ ਲੋਕ ਕਿੱਥੇ ਕਿੱਥੇ ਪਹੁੰਚਾ ਦਿੱਤੇ, ਕਿਹੜੀਆਂ ਕਿਹੜੀਆਂ ਕੁਰਸੀਆਂ ਤੇ ਬਿਠਾ ਦਿੱਤੇ। ਝੂਠ ਦਾ ਸਹਾਰਾ ਲੈ ਲੈ ਕੇ ਲੋਕਾਂ ਨੇ ਕਿਸੇ ਨੇ ਮੁੱਖ ਮੰਤਰੀ ਦੀ ਤੇ ਕਿਸੇ ਨੇ ਪ੍ਰਧਾਨ ਮੰਤਰੀ ਦੀ ਕੁਰਸੀ ਮੱਲੀ ਹੈ, ਤੇ ਹਰ 5 ਸਾਲਾਂ ਬਾਅਦ ਫਿਰ ਇੱਕ ਨਵੇਂ ਝੂਠ ਦੀ ਪੰਡ ਲਿਆ ਕੇ ਸਿਰ ਤੇ ਰੱਖ ਕੇ ਤੁਹਾਡੇ ਸਾਹਮਣੇ ਖੋਲਦੇ ਆ, ਤੇ ਤੁਸੀਂ ਫਿਰ ਪਤਿਆਇਆ ਜਾਂਦਾ ਤੁਹਾਨੂੰ, ਤੇ ਫਿਰ ਚੁਣ ਲੈਂਦੇ ਹੋ। 5 ਸਾਲ ਫਿਰ ਰੌਲਾ ਪਾਉਂਦੇ ਹੋ, 5 ਸਾਲਾਂ ਬਾਅਦ ਫਿਰ ਕੋਈ ਨਵਾਂ ਬੰਦਾ ਝੂਠ ਦੀ ਪੰਡ ਲੈ ਕੇ ਆ ਜਾਂਦਾ। ਤੇ ਹੁਣ ਖਬਰ ਆ ਰਹੀ ਹੈ ਕਿ ਅਮਿਤ ਸ਼ਾਹ ਹੋਰੀ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ, ਪੰਜਾਬ ਦੇ ਵਿੱਚ ਆਉਣ ਵਾਸਤੇ ਕਾਹਲੇ ਹੈ। ਖਬਰ ਮਿਲ ਰਹੀ ਹੈ, ਅੰਦਰੂਨੀ ਸੂਤਰ ਦੱਸ ਰਹੇ ਨੇ ਕਿ ਜੂਨ ਦੇ ਮਹੀਨੇ ਪੰਜਾਬ ਦੇ ਫੇਰੀ ਲਾ ਸਕਦੇ ਆ। ਕਨਸੂਆਂ ਮਿਲ ਰਹੀਆਂ ਨੇ, ਤੇ ਭਾਜਪਾ ਦੇ ਅੰਦਰੂਨੀ ਸੂਤਰਾਂ ਦੀ ਮੰਨੀਏ ਤਾਂ ਪਹਿਲਾਂ ਅਮਿਤ ਸ਼ਾਹ ਹੋਰੀ ਆਹ ਮਹੀਨਾ ਜਿਹੜਾ ਮਈ ਦਾ ਚੱਲ ਰਿਹਾ, ਇਹਦੇ ਵਿੱਚ ਪੰਜਾਬ 'ਚ ਉਹਨਾਂ ਨੇ ਚੱਕਰ ਮਾਰਨਾ ਸੀ, ਪਰ ਕੋਵਿਡ ਗਾਈਡਲਾਈਨ ਦੇ ਚੱਲਦਿਆਂ ਪ੍ਰੋਗਰਾਮ ਨੇਪਰੇ ਨਾ ਚੜ੍ਹ ਸਕਿਆ। ਪਰ ਹੁਣ ਖਬਰਾਂ ਨੇ ਕਿ ਜੂਨ ਮਹੀਨੇ ਆਉਣ ਵਾਸਤੇ ਉਹ ਕਾਹਲੇ ਹੈ। ਚਰਚਾ ਹੈ ਕਿ ਹਾਲੇ ਭਾਵੇਂ ਕੋਈ ਪੱਕੀ ਤਰੀਕ ਨਹੀਂ ਨਿਸ਼ਚਿਤ ਕੀਤੀ, ਨਿਰਧਾਰਤ ਨਹੀਂ ਕੀਤੀ। ਜੇਕਰ ਕੋਵਿਡ ਗਾਈਡਲਾਈਨ ਦੀਆਂ ਇਹ ਇਸੇ ਤਰ੍ਹਾਂ ਨਿਰੰਤਰ ਧਾਰਾਵਾਂ ਚੱਲਦੀਆਂ ਰਹੀਆਂ ਤਾਂ ਹੋ ਸਕਦਾ ਕਿ ਪ੍ਰੋਗਰਾਮ ਅੱਗੇ ਵੀ ਪਾਇਆ ਜਾ ਸਕੇ, ਪਰ ਜੇ ਹਾਲਾਤ ਸੁਧਰੇ ਤਾਂ ਹੋ ਸਕਦਾ ਕਿ ਜੂਨ ਮਹੀਨੇ ਉਹ ਆਉਣ। ਪਰ ਜੇ ਅੱਜ ਦੇਖੀਏ, ਜੇ ਜੂਨ ਮਹੀਨੇ ਆਉਣ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ, ਤਾਂ ਦੂਸਰੇ ਪਾਸੇ ਪੰਜਾਬ ਭਾਜਪਾ ਦੇ ਕੁਝ ਆਗੂ ਆਪੋ ਆਪਣੇ ਪੱਧਰ ਤੇ ਵਿਦਨ ਪਾਰਟੀ ਤਿਆਰੀਆਂ ਕਰਨ ਵਿੱਚ ਲੱਗੇ ਹੋਏ ਨੇ। ਦੱਸਣਾ ਬਣਦਾ ਕਿ ਅੱਜ 26 ਤਰੀਕ ਹੋ ਗਈ ਇੰਡੀਆ 'ਚ, ਪੂਰੇ 6 ਮਹੀਨੇ ਹੋ ਗਏ ਕਿਸਾਨ ਜਥੇਬੰਦੀਆਂ ਨੂੰ। ਉਹਨਾਂ ਨੇ ਆਖਿਆ ਕਿ ਕਾਲਾ ਦਿਵਸ ਮਨਾਉਣਾ ਹੈ। ਪੰਜਾਬ 'ਚ ਹੀ ਨਹੀਂ, ਪਿੰਡ ਪਿੰਡ, ਸ਼ਹਿਰ ਸ਼ਹਿਰ, ਗਲੀ ਗਲੀ ਨਹੀਂ, ਸਗੋਂ ਸਮੁੱਚੇ ਇੰਡੀਆ ਦੇ ਵਿੱਚ ਰੋਸ ਦਿਵਸ, ਕਾਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਅਪੀਲ ਨੂੰ ਲੋਕਾਂ ਨੇ ਦੁਕਾਨਾਂ ਤੇ, ਮਕਾਨਾਂ ਤੇ, ਗੱਡੀਆਂ ਤੇ, ਹਰ ਇੱਕ ਥਾਂ ਤੇ ਕਾਲੇ ਝੰਡੇ ਲਾਉਣ ਦੀ ਅਪੀਲ ਸਵੀਕਾਰੀ ਹੈ। ਮੋਦੀ ਸਰਕਾਰ ਦੇ ਪੁਤਲੇ ਵੀ ਸਾੜਨ ਵਾਸਤੇ ਪਿੰਡਾਂ ਦੇ ਵਿੱਚ ਬੀਬੀਆਂ ਕਫਨ ਸੀ ਰਹੀਆਂ ਸੀ, ਝੰਡੀਆਂ ਸੀ ਰਹੀਆਂ ਸੀ। ਇੰਨਾ ਹੀ ਨਹੀਂ, ਇਕੱਲੇ ਪੰਜਾਬ ਤੋਂ ਨਹੀਂ, ਬਾਹਰਲੇ ਸੂਬਿਆਂ ਤੋਂ ਵੀ ਖਬਰਾਂ ਨੇ ਕਿ ਵੱਡੀ ਪੱਧਰ ਦੇ ਵਿੱਚ ਕਿਸਾਨ ਹਤੈਸ਼ੀ ਲੋਕ ਦਿੱਲੀ ਦੀਆਂ ਸਰਹੱਦਾਂ ਤੇ ਇਹ ਦਿਵਸ ਮਨਾਉਣ ਵਾਸਤੇ ਪਹੁੰਚੇ ਹੈ। ਪਰ ਦੂਸਰੇ ਪਾਸੇ ਸਰਕਾਰ ਤਸਤੋਮਸ ਨਹੀਂ ਹੋ ਰਹੀ, ਗੱਲਬਾਤ ਦੁਬਾਰਾ ਸ਼ੁਰੂ ਨਹੀਂ ਕਰ ਰਹੀ। ਬੀਤੇ ਦਿਨੀ ਸ਼ਾਇਦ ਤੁਹਾਨੂੰ ਯਾਦ ਹੋਵੇ, ਕਿਸਾਨ ਜਥੇਬੰਦੀਆਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਵੀ ਲਿਖੀ। ਚਿੱਠੀ ਪਹੁੰਚ ਵੀ ਗਈ, ਪਰ ਇਹਦੇ ਬਾਵਜੂਦ ਵੀ ਕੋਈ ਹਾਂ ਪੱਖੀ ਹੁੰਗਾਰਾ ਜਾਂ ਜਵਾਬ ਹਾਲੇ ਤੱਕ ਸਾਹਮਣੇ ਨਹੀਂ ਆਇਆ। ਕਿਸਾਨੀ ਅੰਦੋਲਨ ਦੇ ਬਾਬਤ ਭਾਜਪਾ ਦੇ ਅੰਦਰੋਂ ਵੀ ਖਬਰਾਂ ਮਿਲ ਰਹੀਆਂ ਨੇ ਕਿ ਕਈ ਆਗੂ ਭਾਵੇਂ ਚੁੱਪ ਨੇ,
ਪਰ ਉਹ ਅੰਦਰੋਂ ਅੰਦਰ ਹੀ ਚਾਹੁੰਦੇ ਆ ਕਿ ਇਸ ਅੰਦੋਲਨ ਨੂੰ ਜਲਦ ਤੋਂ ਜਲਦ ਖਤਮ ਕਰਵਾਇਆ ਜਾਵੇ। ਮੋਹਾਲੀ ਦੇ ਵਿੱਚ ਕੱਲ ਪਹੁੰਚੇ ਹੋਏ ਸੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ। ਉਹ ਇੱਕ ਵਾਰੀ ਫਿਰ ਕਹਿੰਦੇ ਸੁਣੇ ਕਿ ਮੈਂ ਕਿਸਾਨਾਂ ਨੂੰ ਕਹਿਣਾ ਹੈ ਕੋਵਿਡ ਵੱਧ ਰਿਹਾ ਹੈ ਤੇ ਆਪੇ ਆਪਣੇ ਘਰਾਂ ਨੂੰ ਪਰਤ ਆਓ, ਮੁਲਤਵੀ ਕਰ ਦਿਓ ਅੰਦੋਲਨ। ਜੇਕਰ ਸਰਕਾਰ ਤੁਹਾਡੀਆਂ ਮੰਗਾਂ ਨਾ ਮੰਨੂ ਦੁਬਾਰਾ ਆ ਕੇ ਬਹਿ ਜਾਓ। ਬੜੀ ਚੰਗੀ ਸਲਾਹ ਦਿੱਤੀ ਹੈ, ਟਾਈਮ ਨਾਲ ਦੇ ਦਿੱਤੀ। ਇਹ ਵੀ ਦੱਸਣਾ ਬਣਦਾ ਹੈ ਕਿ ਆਮ ਆਦਮੀ ਪਾਰਟੀ ਨੇ ਵੀ, ਸ਼੍ਰੋਮਣੀ ਅਕਾਲੀ ਦਲ ਨੇ ਵੀ, ਬਸਪਾ ਨੇ ਵੀ ਤੇ ਹੋਰ ਬਹੁਤ ਸਾਰੀਆਂ ਪਾਰਟੀਆਂ ਨੇ ਜਿਨ੍ਹਾਂ ਨੇ ਕਿਸਾਨਾਂ ਦਾ ਸਮਰਥਨ ਕੀਤਾ ਤੇ ਅੱਜ ਕਾਲੀਆਂ ਝੰਡੀਆਂ ਵੀ ਲਾਈਆਂ ਨੇ। ਨਵਜੋਤ ਕੌਰ ਸਿੱਧੂ ਨੇ ਆਪਣੇ ਘਰਾਂ ਤੇ ਲਾਈ ਹੈ, ਪਰਮਿੰਦਰ ਢੀਂਡਸਾ ਨੇ ਲਾਈ ਹੈ ਤੇ ਬਾਕੀ ਲੋਕਾਂ ਨੇ ਵੀ ਆਖਿਆ ਕਿ ਅਸੀਂ ਕਿਸਾਨਾਂ ਦੇ ਇਸ ਅੰਦੋਲਨ ਵਿੱਚ ਉਹਨਾਂ ਦੇ ਨਾਲ ਆ। ਪਰ ਜੇ ਭਾਜਪਾ ਆਪਣੀ ਇਸੇ ਅੜੀ ਤੇ ਰਹੀ ਤਾਂ ਯੂਪੀ ਵਿੱਚ ਹਾਲ ਦੇਖ ਲਿਆ, ਪੰਚਾਇਤੀ ਚੋਣਾਂ ਦੇ ਵਿੱਚ ਵਿਸਤਰਾ ਗੋਲ ਹੋਇਆ, ਪੱਛਮੀ ਬੰਗਾਲ 'ਚ ਦੇਖ ਲਿਆ, ਲੋਕਲ ਬਾਡੀ ਸਰਕਾਰਾਂ ਦੀਆਂ ਚੋਣਾਂ ਪੰਜਾਬ 'ਚ ਹੋਈਆਂ ਸੀ, ਉਸ ਵਕਤ ਹਾਲ ਦੇਖ ਲਿਆ। ਲੋਕਾਂ ਨੇ ਟਿਕਟਾਂ ਛੱਡੀਆਂ ਕਿ ਸਾਨੂੰ ਨਹੀਂ ਭਾਈ ਭਾਜਪਾ ਦੀ ਟਿਕਟ ਚਾਹੀਦੀ, ਆਜ਼ਾਦ ਚੋਣ ਲੜ ਲਈ। ਉਹ ਕਹਿੰਦੇ ਕੋਈ ਨਹੀਂ, ਸਾਡੇ ਹੀ ਹੁੰਦੇ ਸੀ, ਅਸੀਂ ਆਈਏ ਰੈਲੀ 'ਚ, ਤੁਹਾਡਾ ਹੁਲਪ ਕਰਵਾਈਓ। ਕਹਿੰਦੇ ਨਾ, ਹੱਥ ਬੰਨ੍ਹਦੇ ਆ, ਤੁਸੀਂ ਨਾ ਆਇਓ, ਅਸੀਂ ਆਜ਼ਾਦ ਚੋਣ ਲੜ ਰਹੇ ਹਾਂ, ਸਾਨੂੰ ਆਜ਼ਾਦ ਚੋਣ ਲੜ ਲੈਣ ਦਿਓ। ਜੇ ਆਹੀ ਹਾਲ ਹੋਇਆ, ਜੇ ਨਾ ਮੰਨੇ 2017 ਦੇ ਵਿੱਚ ਭਾਜਪਾ ਆਪਣੇ ਬਲ ਤੇ ਚੋਣ ਲੜਨਾ ਚਾਹੁੰਦੀ ਹੈ ਤੇ ਪਹਿਲੀ ਵਾਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲੋਂ ਤੋੜ ਵਿਛੋੜਾ ਕਰਕੇ ਉਹ ਚੋਣ ਲੜ ਰਹੀ ਹੈ। ਜੇ ਨਾ ਮੰਨੇ ਤਾਂ ਸੱਚ ਮੰਨਿਓ, ਕਈ ਢੀਠ ਲੋਕ ਹੋ ਸਕਦੇ ਆ ਜਿਹੜੇ ਹਾਲੇ ਵੀ ਟਿਕਟ ਦੀ ਝਾਕ ਰੱਖੀ ਬੈਠੇ ਹੋਣਗੇ ਭਾਜਪਾ ਤੋਂ, ਪਰ ਬਹੁਤ ਸਾਰੇ ਉਹ ਲੋਕ ਵੀ ਹੋਣਗੇ ਜਿਹੜੇ ਚਾਹੁੰਦੇ ਹੋਣਗੇ ਟਿਕਟ ਮਿਲ ਜੇ, ਪਰ ਆਲੇ ਦੁਆਲੇ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਉਹਦੇ ਮੱਦੇਨਜ਼ਰ ਟਿਕਟ ਲੈਣਗੇ ਨਹੀਂ। ਜੇ ਹਾਲਾਤ ਇਹੀ ਰਹੇ ਤਾਂ ਪੰਜਾਬ ਚੋਂ 117 ਬੰਦੇ ਲੱਭਣੇ ਮੋਦੀ ਹੋਰਾਂ ਨੂੰ, ਭਾਰਤੀ ਜਨਤਾ ਪਾਰਟੀ ਨੂੰ ਔਖੇ ਹੋ ਜਾਣਗੇ। ਪਰ ਦੂਸਰੇ ਪਾਸੇ ਹੁਣ ਸਵਾਲ ਇਹ ਵੀ ਪੈਦਾ ਹੁੰਦਾ ਕਿ ਅਮਿਤ ਸ਼ਾਹ ਹੋਣੀ ਹੁਣ ਪੰਜਾਬ ਆਉਣਾ ਚਾਹੁੰਦੇ ਆ। ਅੰਦਰੋਂ ਅੰਦਰ ਹੀ ਖਬਰਾਂ ਇਹ ਵੀ ਨੇ ਕਿ ਸਰਕਾਰ ਇਹ ਸੋਚ ਰਹੀ ਹੈ ਕਿ ਯੂਪੀ ਦੀ ਚੋਣ ਜਿੱਤਣੀ ਆ, ਪੰਜਾਬ ਦੇ ਨਾਲ ਚੋਣਾਂ ਉੱਥੇ ਵੀ ਹੋਣੀਆਂ ਨੇ, ਹੋ ਸਕਦਾ ਉਹਦੇ ਤੋਂ ਪਹਿਲਾਂ ਕੋਈ ਚੰਗੀ ਖਬਰ ਮਿਲ ਜੇ। ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੇ ਯੂਪੀ ਦੀ ਪੰਚਾਇਤੀ ਚੋਣ ਦੇਖ ਲਈ, ਪੰਜਾਬ ਦੀਆਂ ਲੋਕਲ ਬਾਡੀ ਚੋਣਾਂ ਦੇਖ ਲਈਆਂ, ਪੱਛਮੀ ਬੰਗਾਲ ਦੇਖ ਲਿਆ, ਉਹਨਾਂ ਨੂੰ ਪਤਾ ਲੱਗ ਗਿਆ ਕਿ ਕਿਸਾਨਾਂ ਨੇ ਵੱਡੇ ਪੱਧਰ ਤੇ ਜ਼ਮੀਨੀ ਕੰਮ ਕੀਤਾ ਹੋਇਆ। ਜ਼ਮੀਨੀ ਹਕੀਕਤ ਇਹ ਹੈ ਕਿ ਸਾਨੂੰ ਲੋਕਾਂ ਨੇ ਮੂੰਹ ਨਹੀਂ ਲਾਉਣਾ। ਹੋ ਸਕਦਾ ਕਿ ਅਮਿਤ ਸ਼ਾਹ ਪੰਜਾਬ ਆਉਣ, ਅੰਦੋਲਨ ਤੇ ਬੈਠੇ ਕਿਸਾਨਾਂ ਵਾਸਤੇ ਉਦੋਂ ਤੱਕ ਕੋਈ ਚੰਗੀ ਖਬਰ ਲੈ ਆਉਣ, ਜਾਂ ਖੇਤੀ ਕਾਨੂੰਨਾਂ ਦਾ ਹੱਲ ਕਰਕੇ ਪੰਜਾਬ ਦੇ ਵਿੱਚ ਗੇੜਾ ਮਾਰਨ। ਇਹ ਬਹੁਤ ਵੱਡੇ ਸਵਾਲ ਨੇ ਕਿ ਕੀ ਹੱਲ ਕਰਕੇ ਆਉਣਗੇ ਜਾਂ ਫਿਰ ਪੰਜਾਬ ਆ ਕੇ ਕੋਈ ਵੱਡਾ ਐਲਾਨ ਕਰਨਗੇ। ਇਹ ਬਹੁਤ ਵੱਡੀਆਂ ਖਬਰਾਂ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਵੀ ਹੋ ਸਕਦਾ ਹੈ। ਅਗਲੀ ਖਬਰ ਹੈ ਜਿਹੜੀ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਅਤੇ ਮਹੱਤਵਪੂਰਨ ਖਬਰ ਹੈ ਕਿ ਗੁਰਦੁਆਰਾ ਸਾਹਿਬ ਜ਼ਿਲ੍ਹਾ ਬਠਿੰਡੇ ਦਾ ਪਿੰਡ ਹੈ ਬੀੜ ਤਲਾਬ, ਉੱਥੇ ਇੱਕ ਅੰਮ੍ਰਿਤਧਾਰੀ ਸਿੰਘ ਗੁਰਮੇਲ ਸਿੰਘ ਖਾਲਸਾ ਬੀਤੇ ਦਿਨੀ ਇੱਕ ਵਿਵਾਦਤ ਅਰਦਾਸ ਕੀਤੀ ਗਈ। ਅਰਦਾਸ ਨੂੰ ਲੈ ਕੇ ਮਾਮਲਾ ਸੁਰਖੀਆਂ ਦੇ ਵਿੱਚ ਲਗਾਤਾਰ ਹੈ, ਕੋਈ ਨਾ ਕੋਈ ਨਵਾਂ ਖੁਲਾਸਾ ਹੋ ਰਿਹਾ ਹੈ। ਇਸ ਮਾਮਲੇ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਵਕੀਲ ਹਰਪਾਲ ਸਿੰਘ ਖਾਰਾ ਨੇ, ਤੇ ਨਾਲ ਉਹਨਾਂ ਨੇ CCTV ਫੁਟੇਜ, ਕੁਝ ਸਬੂਤ ਦਿੱਤੇ ਹੈ ਕਿ ਆਹ ਚੱਕੋ ਸਬੂਤ ਕਿਹਨਾਂ ਨੇ ਅਰਦਾਸ ਕਰਵਾਈ ਸੀ। ਉਹ ਕਹਿੰਦੇ ਆਹ CCTV ਫੁਟੇਜ ਦੇ ਵਿੱਚ ਦੇਖੋ, 2 ਵੀਡੀਓ ਉਹਨਾਂ ਨੇ ਜਾਰੀ ਕੀਤੀ ਹੈ ਜਿਸ ਦੇ ਵਿੱਚ ਇੱਕ ਸਿਆਸਤਦਾਨ ਆ ਰਿਹਾ ਹੈ, ਗਨਮੈਨ ਉਹਦੇ ਨਾਲ ਨੇ। ਅਰਦਾਸ ਕਰਨ ਵਾਲੇ ਗੁਰਮੇਲ ਸਿੰਘ ਖਾਲਸਾ ਦੇ ਘਰ ਦੇ ਅੱਗੇ ਜਾ ਕੇ ਗੱਡੀ ਨੂੰ ਬ੍ਰੇਕਾਂ ਲੱਗਦੀਆਂ ਨੇ ਤੇ ਉਹਦੇ ਪਿੱਛੇ ਗੁਰਮੇਲ ਸਿੰਘ ਇੱਕ ਨਵਾਂ ਟਰੈਕਟਰ ਲੈ ਕੇ ਆ ਰਿਹਾ ਹੈ। ਉਹਨਾਂ ਦੋਸ਼ ਲਾਏ ਹੈ ਕਿ ਹਫ਼ਤਾ ਬੀਤ ਗਿਆ, CCTV ਫੁਟੇਜ ਹੋਣ ਦੇ ਬਾਵਜੂਦ ਪੁਲਿਸ ਸਿਆਸਤਦਾਨ ਨਾਲ ਗਈ ਔਰਤ ਦਾ ਹਾਲੇ ਤੱਕ ਪਤਾ ਹੀ ਨਹੀਂ ਲਗਾ ਸਕੀ। ਉਹਨਾਂ ਦਾਅਵਾ ਕੀਤਾ ਕਿ ਅਰਦਾਸ ਮਾਮਲੇ ਤੋਂ 1 ਦਿਨ ਪਹਿਲਾਂ ਇਹ ਵਿਵਾਦਤ ਆਗੂ ਅਰਦਾਸ ਕਰਨ ਵਾਲੇ ਗੁਰਮੇਲ ਸਿੰਘ ਖਾਲਸਾ ਦੇ ਘਰ ਪੁੱਜਿਆ, ਮੋਟੀਆਂ ਰਕਮਾਂ ਦਿੱਤੀਆਂ ਗਈਆਂ। ਫੁਟੇਜ ਦੇ ਵਿੱਚ ਸਿਆਸਤਦਾਨ ਤੋਂ ਇਲਾਵਾ ਬਾਕੀ ਲੋਕਾਂ ਦੀਆਂ ਤਸਵੀਰਾਂ ਵੀ ਨਜ਼ਰ ਆ ਰਹੀਆਂ ਨੇ। ਹਾਲੇ ਤੱਕ ਪੁਲਿਸ ਵਾਲੇ ਕੋਈ ਕਾਰਵਾਈ ਨਹੀਂ ਕਰ ਸਕੇ। ਵਕੀਲ ਖਾਰਾ ਨੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਅਪੀਲ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨ ਵਾਸਤੇ ਕਹਿਣ, ਮਰਿਆਦਾ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਉਣ ਲਈ ਕਹਿਣ। ਉਹਨਾਂ ਮੰਗ ਕੀਤੀ ਹੈ ਕਿ ਕਾਂਗਰਸ ਸਰਕਾਰ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਕਟਹਿਰੇ ਵਿੱਚ ਲਿਆ ਕੇ ਖੜਾਵੇ। ਪਹਿਲਾਂ ਜਦੋਂ ਗੰਭੀਰ ਮਾਮਲਿਆਂ ਵਿੱਚ ਅਕਾਲੀ ਭਾਜਪਾ ਸਰਕਾਰ ਨੇ ਕਾਰਵਾਈ ਨਹੀਂ ਕੀਤੀ ਸੀ ਤਾਂ ਲੋਕਾਂ ਨੇ ਨਾਰਾਜ਼ਗੀ ਪ੍ਰਗਟ ਕੀਤੀ ਸੀ।
ਉਹ ਕਹਿੰਦੇ ਇੱਥੋਂ ਪਤਾ ਲੱਗਦਾ ਹੈ ਕਿ ਆ ਸਾਰਾ ਘਟਨਾਕ੍ਰਮ ਕਿਵੇਂ ਵਾਪਰਿਆ, ਗੁਰਮੇਲ ਸਿੰਘ ਖਾਲਸਾ ਕਿਵੇਂ ਤਿਆਰ ਹੋਇਆ, ਕਿਵੇਂ ਨਵਾਂ ਟਰੈਕਟਰ ਲਿਆ, ਕਿਹੜਾ ਬੰਦਾ ਉਹਦੇ ਘਰ ਗਿਆ, ਕਿਹੜੀ ਗੱਡੀ ਸੀ, ਨਾਲ ਕੌਣ ਸੀ, ਕਿੰਨੇ ਗਨਮੈਨ ਸੀ। ਅਰਦਾਸ ਦੇ ਪਿੱਛੇ ਉਹ ਕਹਿੰਦੇ ਤਾਕਤਾਂ ਕੰਮ ਕਰ ਰਹੀਆਂ ਸੀ, ਇਕੱਲਾ ਗੁਰਮੇਲ ਸਿੰਘ ਨਹੀਂ। ਉਹਨਾਂ ਦੋਸ਼ ਲਾਏ ਹੈ ਕਿ ਗੁਰਮੇਲ ਸਿੰਘ ਖਾਲਸਾ ਨੂੰ ਮੋਟੀ ਰਕਮ ਦੇ ਕੇ ਉਹਨੂੰ ਤਿਆਰ ਕੀਤਾ ਗਿਆ। ਅਰਦਾਸ ਜਾਣਬੁੱਝ ਕੇ ਸਵੇਰ ਵਕਤ ਕਰਵਾਈ ਗਈ ਤੇ ਸ਼ਾਮ ਨੂੰ ਡੇਰਾ ਮੁਖੀ ਨੂੰ ਪੈਰੋਲ ਤੇ ਰਿਹਾ ਕਰ ਦਿੱਤਾ ਗਿਆ। ਤੇ ਉਹਦੇ ਤੋਂ ਬਾਅਦ ਭਾਜਪਾ ਦੇ ਸੂਬਾ ਸਕੱਤਰ ਨੇ ਮਿਸਟਰ ਸਰਾਂ, ਉਹ ਆਖਦੇ ਨੇ ਕਿ ਬਿਲਕੁਲ ਗਲਤ ਨਹੀਂ ਕੀਤਾ। ਉਹਦੇ ਤੋਂ ਬਾਅਦ ਵਿਜੇ ਸੰਪਲਾ ਜਿਹੜੇ ਪਹਿਲਾਂ ਮੰਤਰੀ ਰਹੇ ਨੇ ਮੋਦੀ ਸਰਕਾਰ ਦੇ ਵਿੱਚ, ਉਹ ਅਰਦਾਸੀਏ ਸਿੰਘ ਦੇ ਹੱਕ ਵਿੱਚ ਨਿਤਰੇ ਹੈ। ਉਸ ਤੋਂ ਬਾਅਦ ਗੁਰਮੇਲ ਸਿੰਘ ਖਾਲਸਾ ਜਦੋਂ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਅਦਾਲਤ ਦੇ ਬਾਹਰ ਉਹ ਇੱਕ ਵਾਰੀ ਫਿਰ ਦਾਅਵਾ ਕਰ ਰਿਹਾ ਸੀ ਕਿ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ, ਅੰਮ੍ਰਿਤਧਾਰੀ ਸਿੰਘ ਹੈ, ਆਪਣੇ ਨਾਂ ਦੇ ਨਾਲ ਖਾਲਸਾ ਲਾਉਂਦਾ ਹੈ। ਉਹ ਆਖ ਰਿਹਾ ਹੈ ਕਿ ਜਿਹੜਾ ਮੈਂ ਬਿਆਨ ਪਹਿਲਾਂ ਦਿੱਤਾ ਸੀ ਅੱਜ ਵੀ ਉਹਦੇ ਤੇ ਖੜਾ ਹੈ। ਜਿਹੜੇ ਦਿਨ ਗੁਰਮੀਤ ਰਾਮ ਰਹੀਮ ਜੇਲ੍ਹ ਦੇ ਵਿੱਚੋਂ ਰਿਹਾ ਹੋ ਕੇ ਆਉਣਗੇ, ਮੈਂ ਆਪਣੇ ਪਿੰਡ ਗੁਰਦੁਆਰਾ ਸਾਹਿਬ ਵਿੱਚ ਬੜੇ ਮਾਣ ਸਤਿਕਾਰ ਨਾਲ ਉਹਨੂੰ ਲੈ ਕੇ ਜਾਵਾਂਗਾ। ਤੇ ਐਡਵੋਕੇਟ ਖਾਰਾ ਦਾ ਕਹਿਣਾ ਹੈ ਕਿ ਅਰਦਾਸ ਕਰਵਾਉਣਾ ਫਿਰ ਡੇਰਾ ਮੁਖੀ ਨੂੰ ਪੈਰੋਲ ਦੇਣੀ, ਇਹ ਇੱਕ ਵੱਡੀ ਸਾਜ਼ਿਸ਼ ਦਾ ਨਤੀਜਾ। ਤੇ ਆਹ ਚੱਕੋ ਸਬੂਤ ਕਿ ਕੌਣ ਕਿੰਨੇ ਵਜੇ ਗੁਰਮੇਲ ਸਿੰਘ ਦੇ ਘਰ ਗਿਆ, ਉਹਦੇ ਨਾਲ ਕੌਣ ਕੌਣ ਸੀ। ਪਰ ਕਹਿੰਦੇ ਜੇ ਆਹ ਸਬੂਤ ਹੋਣ ਦੇ ਬਾਵਜੂਦ ਵੀ ਪੁਲਿਸ ਕੰਮ ਨਹੀਂ ਕਰ ਰਹੀ ਤਾਂ ਵੱਡੀ ਚਿੰਤਾ ਦਾ ਵਿਸ਼ਾ ਹੈ। ਹੁਣ ਇਹਦੇ ਪਿੱਛੇ ਕੀ ਪੰਜਾਬ ਦੇ ਲੋਕਾਂ ਦਾ ਤਾਪਮਾਨ ਚੈੱਕ ਕੀਤਾ ਜਾ ਰਿਹਾ ਹੈ ਜਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਇਹ ਗੂੰਦਾਂ ਗੁੰਦੀਆਂ ਜਾ ਰਹੀਆਂ ਨੇ। ਤੇ ਦੂਸਰੇ ਪਾਸੇ ਇੱਕ ਬੀਤੇ ਦਿਨਾਂ ਦੇ ਵਿੱਚ ਇਹ ਖਬਰ ਚੱਲ ਰਹੀ ਹੈ, ਇਸ ਅਰਦਾਸ ਤੋਂ ਬਾਅਦ ਵੀ ਭਾਜਪਾ ਇਹ ਬਿਆਨ ਦੇ ਰਹੀ ਸੀ ਕਿ ਅਸੀਂ ਜੀ ਪੰਜਾਬ ਦੇ ਵਿੱਚ ਦਲਿਤ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਾਂ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਧਰਮ ਨੂੰ ਮੰਨਦੀ ਨਹੀਂ, ਇਹ ਗੱਲ ਮੈਂ ਕਹਿਣੀ ਚਾਹੁੰਦਾ ਕਿ ਸਿੱਖ ਧਰਮ ਜਾਤ ਪਾਤ 'ਚ ਵਿਸ਼ਵਾਸ ਨਹੀਂ ਰੱਖਦਾ, ਉਹਨਾਂ ਨੇ ਕਿਹਾ ਸੀ ਕਿ ਡਿਪਟੀ ਮੁੱਖ ਮੰਤਰੀ ਦਲਿਤ ਹੋਊਗਾ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਜਦੋਂ ਆਹ ਬਿਆਨ ਆ ਗਿਆ ਕਿ 30% ਜਿਹੜਾ ਸਾਡਾ ਸਰਕਾਰੀ ਫੰਡ ਹੋਊ ਉਹ ਦਲਿਤਾਂ ਤੇ ਖਰਚਿਆ ਜਾਊਗਾ। ਕਹਿਣ ਦਾ ਭਾਵ ਸਾਰੀਆਂ ਪਾਰਟੀਆਂ ਹੁਣ ਦਲਿਤ ਵੋਟ ਤੇ ਅੱਖ ਰੱਖੀ ਬੈਠੀਆਂ ਨੇ। ਪਰ ਮੈਂ ਇੱਥੇ ਦੱਸਣਾ ਚਾਹੁੰਦਾ, ਟਿੱਪਣੀ ਕਰਦਾ, ਅੱਜ ਤੱਕ ਕੀ ਕਦੇ ਵੱਡੇ ਅਹੁਦਿਆਂ ਦੇ ਉੱਤੇ ਇੱਥੋਂ ਤੱਕ ਕਿ ਰਾਸ਼ਟਰਪਤੀ ਤੱਕ, ਪ੍ਰਧਾਨ ਮੰਤਰੀ ਤੱਕ ਹੀ ਪਹਿਲਾਂ ਕਦੇ ਦਲਿਤ ਕੋਟੇ ਵਿੱਚੋਂ ਲੋਕ ਲੱਗੇ ਨਹੀਂ ਜਾਂ ਦਲਿਤ ਬੰਦਿਆਂ ਨੂੰ ਇਹਨਾਂ ਤੇ ਬਿਠਾਇਆ ਨਹੀਂ ਗਿਆ। ਜੇ ਪਹਿਲਾਂ ਦਲਿਤ ਬੰਦਿਆਂ ਨੂੰ ਰਾਸ਼ਟਰਪਤੀ ਪ੍ਰਧਾਨ ਮੰਤਰੀ ਤੱਕ ਬਿਠਾ ਕੇ ਜੇ ਉਦੋਂ ਤੱਕ ਕਿਸੇ ਸੂਬੇ ਦਾ ਮੁੱਖ ਮੰਤਰੀ ਤੱਕ ਬਣਾ ਕੇ ਸਥਿਤੀ ਸੁਧਰੀ ਨਹੀਂ, ਇਸ ਧਰਮ ਜਾਂ ਜਾਤ ਦੇ ਲੋਕਾਂ ਦੀ ਸਥਿਤੀ ਅੱਜ ਵੀ ਉਹੀ ਹੈ। ਤਾਂ ਜਿਨ੍ਹਾਂ ਨੂੰ ਇਹ ਦਲਿਤ ਕਹਿੰਦੇ ਆ ਨਾ, ਤਾਂ ਉਹਨਾਂ ਨੂੰ ਇਹ ਸਮਝ ਜਾਣਾ ਚਾਹੀਦਾ ਕਿ ਸਾਡੀ ਸਿਰਫ ਵੋਟ ਚਾਹੀਦੀ ਹੈ, ਸਾਨੂੰ ਅਪਲਿਫਟ ਨਹੀਂ ਇਹ ਕਰਨਾ ਚਾਹੁੰਦੇ। ਆ ਹੁਣ ਵੀ ਸਿਰਫ ਧਰਮ ਦੇ ਨਾਂ ਤੇ, ਜਾਤ ਦੇ ਨਾਂ ਤੇ ਸਿਰਫ ਵੋਟਾਂ ਲਈਆਂ ਜਾਣੀਆਂ ਨੇ। ਇਸ ਭਾਈਚਾਰੇ ਨੂੰ ਵੋਟਾਂ ਇਸ ਆਧਾਰ ਤੇ ਲੈ ਕੇ ਠੱਗ ਲਿਆ ਜਾਣਾ ਹੈ, ਕੀਤਾ ਕਰਾਇਆ ਕੁਝ ਨਹੀਂ ਜਾਣਾ। ਅਗਲੀ ਜਿਹੜੀ ਖਬਰ ਹੈ, IMA ਨੇ ਰਾਮਦੇਵ ਨੂੰ ਮਾਣਹਾਨੀ ਦਾ ਨੋਟਿਸ ਭੇਜ ਦਿੱਤਾ ਹੈ। ਕੱਲ ਵੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ 20 ਘੰਟਿਆਂ ਦੇ ਅੰਦਰ ਅੰਦਰ ਇਹ ਢਿੱਡ ਘਮਾਉਣ ਵਾਲੇ ਬਾਬੇ ਨੇ ਨਾ ਜਾਂ ਲਾਲੇ ਨੇ ਪਹਿਲੇ ਬਿਆਨ ਤੋਂ ਫਿਰ ਪਲਟੀ ਮਾਰ ਲਈ ਸੀ। ਐਲੋਪੈਥੀ ਦੇ ਉੱਤੇ ਜਿਹੜਾ ਬਿਆਨ ਦਿੱਤਾ ਸੀ ਉਹਦੇ ਤੋਂ ਨਾਰਾਜ਼ IMA ਉੱਤਰਾਖੰਡ ਨੇ ਲਾਲਾ ਰਾਮਦੇਵ ਨੂੰ ਮਾਣਹਾਨੀ ਦਾ ਨੋਟਿਸ ਭੇਜ ਦਿੱਤਾ ਹੈ। 2 ਹਫ਼ਤੇ ਦਿੱਤੇ ਹੈ ਕਿ 15 ਦਿਨਾਂ ਦੇ ਅੰਦਰ ਅੰਦਰ ਮਾਫੀ ਮੰਗ। ਜਿਹੜੀ ਮੀਡੀਆ ਦੇ ਉੱਤੇ ਤੇਰੀ ਘੁੰਮਦੀ ਫਿਰ ਰਹੀ ਹੈ ਨਾ ਇੱਕ ਵੀਡੀਓ, ਉਹ ਹਟਾ, ਨਹੀਂ ਤਾਂ ਫਿਰ 1000 ਕਰੋੜ ਦੇ ਮਾਣਹਾਨੀ ਦੇ ਦਾਅਵੇ ਵਾਸਤੇ ਤਿਆਰ ਰਹੇ। ਇੰਡੀਅਨ ਮੈਡੀਕਲ ਐਸੋਸੀਏਸ਼ਨ ਭਾਵ IMA ਉੱਤਰਾਖੰਡ ਦੀ ਸੂਬਾਈ ਸਕੱਤਰ ਨੇ ਡਾਕਟਰ ਅਜੇ ਖੰਨਾ, ਉਹਨਾਂ ਦੇ ਵੱਲੋਂ ਲਾਲਾ ਰਾਮਦੇਵ ਨੂੰ 6 ਸਫ਼ਿਆਂ ਦਾ ਇੱਕ ਨੋਟਿਸ ਭੇਜ ਦਿੱਤਾ ਗਿਆ ਹੈ। ਨੋਟਿਸ ਦੇ ਵਿੱਚ ਕਿਹਾ ਗਿਆ ਕਿ ਵੱਖ-ਵੱਖ ਇੰਟਰਨੈਟ ਮੀਡੀਆ ਪਲੇਟਫਾਰਮ ਦੇ ਉੱਤੇ ਤੇਰੇ ਬਿਆਨ ਆਏ ਹੈ ਜਿਹਦੇ ਨਾਲ ਉੱਤਰਾਖੰਡ IMA ਦੇ 2000 ਮੈਂਬਰਾਂ ਦੀ ਮਾਣਹਾਨੀ ਹੋਈ ਹੈ। ਉਹਨਾਂ ਕਿਹਾ ਕਿ ਇੱਕ ਮੈਂਬਰ ਦੀ 50 ਲੱਖ ਦੀ ਮਾਣਹਾਨੀ ਦੇ ਮੁਤਾਬਕ ਕੁੱਲ 1000 ਕਰੋੜ ਦੀ ਮਾਣਹਾਨੀ ਦਾ ਅਸੀਂ ਦਾਅਵਾ ਕਰ ਰਹੇ ਹਾਂ। ਨੋਟਿਸ ਦੇ ਵਿੱਚ ਕਿਹਾ ਗਿਆ ਕਿ ਲਾਲਾ ਰਾਮਦੇਵ ਨੇ ਇੰਟਰਨੈਟ ਮੀਡੀਆ ਤੇ ਵਾਇਰਲ ਵੀਡੀਓ ਦੇ ਜ਼ਰੀਏ ਐਲੋਪੈਥੀ ਡਾਕਟਰਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਜਿਹੇ 'ਚ ਉਹਨਾਂ ਦੇ ਖਿਲਾਫ ਮਾਣਹਾਨੀ ਦੇ ਦਾਅਵੇ ਦੇ ਨਾਲ FIR ਵੀ ਕਰਵਾਈ ਜਾਏਗੀ। ਨੋਟਿਸ ਮਿਲਣ ਦੇ 76 ਘੰਟਿਆਂ ਦੇ ਅੰਦਰ ਕੋਰੋਨਲ ਕਿਟ ਦੇ ਗੁੰਮਰਾਹਕੁਨ ਇਸ਼ਤਿਹਾਰ ਨੂੰ ਵੀ ਸਾਰੇ ਪਲੇਟਫਾਰਮਾਂ ਤੋਂ ਹਟਾਉਣ ਵਾਸਤੇ ਆਖਿਆ ਗਿਆ। ਪਰ ਹੁਣ ਦੂਸਰੇ ਪਾਸੇ ਸਰਕਾਰਾਂ ਦੇਖੋ, ਐਲੋਪੈਥੀ ਦੇ ਡਾਕਟਰ ਜਿਹੜੇ ਇਸ ਵਕਤ ਲੜ ਰਹੇ ਨੇ ਕਰੋਨਾ ਨਾਲ ਤੇ ਮਰੀਜ਼ਾਂ ਦੀ ਇਸ ਵਕਤ ਸਿਹਤ ਦਾ ਧਿਆਨ ਰੱਖ ਰਹੇ ਨੇ। ਅਨਿਲ ਵਿਜ ਨੇ ਹਰਿਆਣੇ ਵਾਲੇ,
ਸਿਹਤ ਮੰਤਰੀ ਵੀ ਹੈ ਤੇ ਗ੍ਰਹਿ ਮੰਤਰੀ ਵੀ ਹੈ। ਤੁਸੀਂ ਦੇਖੋ ਕਿ ਉਹਨਾਂ ਦਾ ਬਿਆਨ ਕਿਹੜੇ ਮੌਕੇ ਤੇ ਆਉਂਦਾ ਹੈ। ਉਹ ਕਹਿੰਦੇ ਅਸੀਂ ਕੋਰੋਨਲ ਕਿੱਟ ਵੰਡਾਂਗੇ। ਕੋਰੋਨਲ ਕਿੱਟ ਕੌਣ ਬਣਾਉਂਦਾ ਹੈ? ਆਹ ਜਿਹੜਾ ਕੱਲ ਇੱਕ ਲੱਕੜ ਦੇ ਪੈਡਲਾਂ ਵਾਲਾ ਸਾਈਕਲ ਹੁੰਦਾ ਸੀ ਜਿਹੜੇ ਰਾਮਦੇਵ ਕੋਲ, ਅੱਜ 30,000 ਕਰੋੜ ਦਾ ਮਾਲਕ ਹੈ ਇਹ। ਲੱਕੜ ਦੇ ਪੈਡਲਾਂ ਵਾਲਾ ਸਾਈਕਲ ਵੀ, ਪੈਡਲ ਵੀ ਇੱਕ ਪਾਸੇ ਹੁੰਦਾ ਸੀ, ਦੂਜੇ ਪਾਸੇ ਕੀਲੀ ਹੋਈ ਹੁੰਦੀ ਸੀ। ਤੁਹਾਡੇ ਪਿੰਡ 'ਚ ਵੀ, ਆਪਣੇ ਪਿੰਡ 'ਚ ਵੀ ਤੁਸੀਂ ਦੇਖਿਆ ਹੋਣਾ ਕਿ ਜਿਹਦੇ ਕੋਲ ਲੱਕੜ ਦੇ ਪੈਡਲਾਂ ਵਾਲਾ ਸਾਈਕਲ 20 ਸਾਲ ਪਹਿਲਾਂ ਸੀ, ਅੱਜ ਜਰਾ ਨਵਾਂ ਲਿਆਇਆ ਹੋਇਆ ਤੋਂ ਨਹੀਂ ਵਧਿਆ ਕੰਮ। ਇਹ ਬੰਦਾ ਲੱਕੜ ਦੇ ਪੈਡਲਾਂ ਵਾਲੇ ਸਾਈਕਲ ਤੋਂ 30,000 ਕਰੋੜ ਤੱਕ ਕਿਵੇਂ ਪਹੁੰਚ ਗਿਆ? ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਆਪਦੇ ਆਪ ਨੂੰ ਡਾਕਟਰ ਵੀ ਦੱਸ ਰਿਹਾ, ਕਹਿੰਦਾ ਮੇਰੇ ਕੋਲ ਕੋਈ ਡਿਗਰੀ ਨਹੀਂ। ਆਪਣੇ ਆਪ ਨੂੰ ਸਾਰਿਆਂ ਦਾ ਡਾਕਟਰ ਵੀ ਦੱਸ ਰਿਹਾ ਤੇ ਮਜ਼ਾਕ ਕਰ ਰਿਹਾ ਹੈ ਇਸ ਵਕਤ ਡਾਕਟਰਾਂ ਨੂੰ, ਜਿਹੜੇ ਲੱਖਾਂ ਕਰੋੜਾਂ ਰੁਪਈਆ ਲਾ ਕੇ ਮਿਹਨਤਾਂ ਕਰ ਕਰਕੇ ਡਾਕਟਰਾਂ ਦੀ ਡਿਗਰੀ ਪ੍ਰਾਪਤ ਕਰਦੇ ਹੈ। ਸੋ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਿਹਾ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਸੱਚਮੁੱਚ ਚੰਗਾ ਲੱਗਿਆ, ਕਿਰਪਾ ਕਰਕੇ ਲਾਈਕ ਵੀ ਕਰਨ ਦੀ ਕੋਸ਼ਿਸ਼ ਕਰਨੀ ਤੇ ਸ਼ੇਅਰ ਕਰਨ ਦੀ ਕੋਸ਼ਿਸ਼ ਵੀ ਕਰਨੀ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਭਰਾ।